ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਨਿਕਿਤਾ ਆਜ਼ਾਦ। ਲੰਡਨ ਦੀ ਯੂਨੀਵਰਸਿਟੀ ਆਫ ਆਕਸਫੋਰਡ ਦੇ PhD ਕਰ ਰਹੀ ਵਿਦਿਆਰਥਣ ਸਾਡੇ ਨਾਲ ਹੈ। ਲੇਕਿਨ ਸਵਾਲ ਇਹ ਆ ਕਿ ਲੰਡਨ ਤੋਂ ਪਟਿਆਲਾ ਤੇ ਪਟਿਆਲੇ ਤੋਂ ਸਿੰਘੂ ਕਿਸਾਨੀ ਸੰਘਰਸ਼ ਨਾਲ ਇਹਦਾ ਨੇੜੇ ਦਾ ਨਾਤਾ ਹੈ। ਮੈਂ ਨਿਕਿਤਾ ਤੁਹਾਨੂੰ ਵੈਲਕਮ ਆਖਦਾ। ਥੈਂਕ ਯੂ ਸੋ ਮਚ। ਮੌਜੂਦਾ ਸੰਘਰਸ਼ ਤੇ ਪੰਜਾਬੀ ਜਿਹੜੀਆਂ ਗੁੰਝਲਾਂ ਨੇ ਸੁਭਾਅ ਦੀਆਂ, ਇਹਦੇ ਤੇ ਤੁਸੀਂ ਗੱਲ ਕੀਤੀ ਹੈ। ਜਦੋਂ ਕੋਈ ਰਿਸਰਚ ਸਕਾਲਰ ਕਿਧਰੇ ਵੀ ਦੇਖਦਾ ਹੈ ਤੇ ਉਹ ਬਰੀਕੀਆਂ ਫੜਦਾ ਹੈ, ਉਹ ਹਰ ਜਗ੍ਹਾ ਖੋਜ ਦੇ ਨਜ਼ਰੀਏ ਤੋਂ ਦੇਖਦਾ ਹੈ। ਤੁਹਾਡਾ ਅਰਥ ਕੀ ਹੈ ਪੰਜਾਬੀ ਗੁੰਝਲਾਂ ਤੋਂ? ਕਿਸਾਨੀ ਸੰਘਰਸ਼ ਤੇ ਪੰਜਾਬੀ ਗੁੰਝਲਾਂ। ਪੰਜਾਬੀ ਗੁੰਝਲਾਂ ਤੋਂ ਮੇਰਾ ਮਤਲਬ ਕਹਿਣ ਦਾ ਇਹ ਆ ਕਿ ਪੰਜਾਬ ਦੀ ਧਰਤੀ ਤੇ ਜਦੋਂ ਵੀ ਕੋਈ ਸੰਘਰਸ਼ ਹੋਵੇਗਾ, ਉਸਨੂੰ ਹਮੇਸ਼ਾ ਹੀ ਪੰਜਾਬ ਦੇ ਅੰਦਰ ਜਿਹੜੇ ਆਲਰੇਡੀ ਸਵਾਲ ਐਗਜ਼ਿਸਟ ਕਰਦੇ ਆ, ਪੰਜਾਬ ਦੀ ਜਿਹੜੀ ਇਤਿਹਾਸਕ ਧਰਤੀ ਤੇ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਹੋਇਆ ਪੰਜਾਬ ਦਾ, ਉਹਦੇ ਨਾਲ ਖੈਬੜਨਾ ਪਵੇਗਾ। ਉਹ ਕੋਈ ਵੀ ਸੰਘਰਸ਼ ਹੋ ਸਕਦਾ, ਔਰਤਾਂ ਦਾ ਹੋ ਸਕਦਾ, ਦਲਿਤ ਸਮਾਜ ਦਾ ਹੋ ਸਕਦਾ, ਕਿਸਾਨੀ ਦਾ ਹੋ ਸਕਦਾ। ਉਹ ਪੰਜਾਬ ਦੀਆਂ ਹੀ ਹਾਲਤਾਂ ਚੋਂ ਨਿਕਲ ਕੇ ਗਿਆ। ਤੇ ਇਹ ਨਹੀਂ ਹੋਇਆ ਕਿ ਉੱਥੇ ਜਾ ਕੇ ਉਹ ਸਵਾਲ ਖਤਮ ਹੋ ਗਏ। ਇਹ ਨਹੀਂ ਹੋਇਆ ਕਿ ਸਿੰਘੂ ਪਹੁੰਚਦੇ ਰਸਤੇ ਵਿੱਚ ਹੀ ਸਾਰੀ ਗੱਲ ਖਤਮ ਹੋ ਗਈ ਤੇ ਇੱਕੋ ਸਵਾਲ ਰਹਿ ਗਿਆ। ਪੰਜਾਬ, ਪੂਰਾ ਪੰਜਾਬ ਉੱਥੇ ਪਹੁੰਚਿਆ ਹੋਇਆ ਤੇ ਉਹ ਆਪਣੇ ਨਾਲ ਆਪਣੀਆਂ ਸਾਰੀਆਂ ਗੁੰਝਲਾਂ, ਜਾਤ ਦੀਆਂ, ਲਿੰਗ ਦੇ ਸਵਾਲ ਦੀਆਂ, ਜਮਾਤ ਦੀਆਂ ਲੈ ਕੇ ਗਿਆ। ਤੇ ਉਸ ਵਿੱਚ ਕਿਸੇ ਵੀ ਸੰਘਰਸ਼ ਦੀ, ਖਾਸ ਕਰਕੇ ਇਸ ਤਰ੍ਹਾਂ ਦੇ ਸੰਘਰਸ਼ ਦੀ ਜਿਹਦੇ ਵਿੱਚ ਜਨ ਅੰਦੋਲਨ ਬਣਨ ਦੀ ਪੋਟੈਂਸ਼ੀਅਲ ਹੈ, ਕੈਪੈਸਿਟੀ ਹੈ, ਉਹਦੇ ਤੇ ਹੀ ਮੇਰਾ ਇੱਕ ਸੁਜੈਸ਼ਨ ਜਾਂ ਇੱਕ ਐਨਾਲਿਸਿਸ ਹੈ ਕਿ ਉਸਨੂੰ ਕਿਵੇਂ ਹੋਰ ਜਮਹੂਰੀ ਬਣਾਇਆ ਜਾ ਸਕਦਾ। ਉਹਦੇ ਵਿੱਚ ਹੋਰ ਕਿਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਗੁੰਝਲਾਂ ਨੇ ਉਹ ਘੱਟੋ ਘੱਟ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਤੇ ਉਹੀ ਮੈਂ ਕਰਨ ਦੀ ਕੋਸ਼ਿਸ਼ ਕੀਤੀ ਆ ਆਪਣੇ ਆਰਟੀਕਲ 'ਚ। ਨਿਕਿਤਾ ਨੂੰ ਇੰਝ ਲੱਗਦਾ ਹੈ ਕਿ ਪੰਜਾਬ ਬਹੁਤ ਪਸਾਰੀ ਆ ਕਲਚਰ ਦੇ ਨਜ਼ਰੀਏ ਤੋਂ ਤੇ ਇੱਥੇ ਦੇ ਰਹਿਣ ਸਹਿਣ ਦੀ, ਰਹਿਣੀ ਧਰਾਤਲ ਤੋਂ। ਲੇਕਿਨ ਜਦੋਂ ਤੁਸੀਂ ਇਸ ਸੰਘਰਸ਼ ਨੂੰ ਨੇੜਿਓਂ ਦੇਖਿਆ, ਤੁਹਾਨੂੰ ਇਹਦੇ ਵਿੱਚ ਕਿਹੜੇ ਕਿਹੜੇ ਤੱਥ, ਫੈਕਟਰ ਕੰਮ ਕਰਦੇ ਨਜ਼ਰ ਆਏ? ਕਿਉਂਕਿ ਇਹਦੇ ਵਿੱਚ ਕਿਸਾਨੀ ਦੇ ਨਾਲ ਦਲਿਤ ਸਮਾਜ ਦਾ ਸਰੋਕਾਰ ਵੀ ਜੁੜਿਆ, ਔਰਤਾਂ ਦਾ ਆਪਣਾ ਤੌਰ ਤਰੀਕਾ ਰਹਿਣ ਦਾ ਤੇ ਅੰਦੋਲਨ 'ਚ ਸ਼ਮੂਲੀਅਤ ਦਾ ਜੁੜਿਆ, ਔਰ ਇਹਦੇ ਵਿੱਚ ਹਰੇਕ ਵਰਗ ਦੀ ਆਪਣੀ ਜਿਹੜੀ ਮਨੋਬਿਰਤੀ, ਭਾਵਨਾ ਹੈ, ਉਹ ਵੀ ਸ਼ਾਮਲ ਹੈ। ਭਾਵੇਂ ਕਾਜ ਇੱਕ ਹੈ, ਸੰਘਰਸ਼ ਦਾ ਮਕਸਦ ਇੱਕ ਹੈ, ਲੇਕਿਨ ਇਹ ਬਹੁਤ ਪਸਾਰ ਜਿਹੜੇ, ਇਹਨੂੰ ਕਿਵੇਂ ਪਰਿਭਾਸ਼ਿਤ ਕਰੀਏ ਇੱਕ ਵਿਦਿਆਰਥਣ ਦੇ ਨਜ਼ਰੀਏ ਤੋਂ? ਇੱਕ ਚੀਜ਼ ਜਿਹੜੀ ਮੈਂ ਉਸ ਆਰਟੀਕਲ 'ਚ ਵੀ ਡਿਸਕਸ ਕਰਦੀ ਹਾਂ, ਉਹ ਇਹ ਆ ਕਿ ਪੰਜਾਬ ਵਿੱਚ ਪੰਜਾਬ ਦਾ ਇੱਕ ਹਿਸਟੋਰੀਕਲ ਬਿਰਤਾਂਤ ਰਿਹਾ ਹੈ। ਉਹ ਰਿਹਾ ਕਿ ਇਸਨੇ ਹਮੇਸ਼ਾ ਬੇਇਨਸਾਫੀ ਦੇ ਖਿਲਾਫ ਲੜਾਈ ਲੜੀ ਹੈ। ਹਮੇਸ਼ਾ ਪੰਜਾਬ ਨੇ ਕਿਸੇ ਵੀ ਤਰ੍ਹਾਂ ਦੀ ਨਾ ਬਰਾਬਰੀ ਜਾਂ ਜਿਹੜੀ ਹਿੰਸਾ ਜਾਂ ਜੋ ਵੀ ਸ਼ੋਸ਼ਣ ਹੋਇਆ ਉਹਦੇ ਖਿਲਾਫ ਆਵਾਜ਼ ਉਠਾਈ ਹੈ ਤੇ ਲਾਮਬੰਦ ਹੋ ਕੇ ਆਪਣੇ ਹੱਕਾਂ ਦੀ ਸੁਰੱਖਿਆ ਲਈ ਲੜਾਈ ਵੱਜੀ ਆ, ਲੜੀ ਆ। ਤੇ ਉਹ ਸਾਨੂੰ ਇਸ ਸਟਰਗਲ 'ਚ ਵੀ ਦੇਖਣ ਨੂੰ ਮਿਲਦਾ। ਇਸ ਸੰਘਰਸ਼ ਦੇ ਸਾਰੇ ਜਿਹੜੇ ਮੁਹਾਵਰੇ ਨੇ, ਸਾਰਾ ਜਿਹੜਾ ਬਿਰਤਾਂਤ ਹੈ, ਉਹ ਉਸੇ ਇਤਿਹਾਸ ਤੋਂ ਚੱਕ ਕੇ ਆਪਾਂ ਉਹਨੂੰ ਲਗਾਤਾਰ ਕੰਪੇਅਰ ਕਰ ਰਹੇ ਹਾਂ, ਲਗਾਤਾਰ ਉਹਦੀ ਗੱਲ ਤੋੜ ਰਹੇ ਹਾਂ ਤੇ ਉਸੇ ਵਿੱਚੋਂ ਲੋਕ ਬਹੁਤ ਮੋਟੀਵੇਸ਼ਨ ਵੀ ਲੈ ਰਹੇ, ਲੋਕਾਂ ਨੂੰ ਬਹੁਤ ਹਿੰਮਤ ਮਿਲ ਰਹੀ ਹੈ ਉਸ ਸਾਰੀ ਇਤਿਹਾਸਿਕ ਬਿਰਤਾਂਤਾਂ 'ਚ। ਪਰ ਲੇਕਿਨ ਜਦੋਂ ਜੀ ਬੋਲੋ। ਹਾਂਜੀ। ਪਰ ਉਹਦੀ ਦਿੱਕਤ ਮੈਨੂੰ ਇਹ ਲੱਗਦੀ ਆ ਕਿ ਉਹ ਬਿਰਤਾਂਤ ਵੀ ਆਪਣੇ ਆਪ 'ਚ ਇਨਕੰਪਲੀਟ ਆ, ਉਹ ਪੂਰੇ ਸੰਪੂਰਨ ਨਹੀਂ ਹਨ ਕਿਸੇ ਵੀ ਰੂਪ ਵਿੱਚ। ਉਹ ਬਿਰਤਾਂਤ ਵੀ ਇੱਕ ਖਾਸ ਕਿਸਮ ਦੀ ਧਿਰ ਦੇ ਬਿਰਤਾਂਤ ਬਣ ਚੁੱਕੇ ਆ ਅੱਜ ਦੇ ਕੰਟੈਕਸਟ 'ਚ। ਉਹ ਇੱਕ ਖਾਸ ਕਿਸਮ ਦੇ ਲੋਕਾਂ ਦੇ ਜਿਨ੍ਹਾਂ ਕੋਲ ਹਮੇਸ਼ਾ ਤੋਂ ਸਾਧਨ ਰਹੇ ਆ, ਉਹਨਾਂ ਦੀ ਗੱਲ ਕਰ ਰਹੇ ਆ। ਉਹਨਾਂ ਹੀ ਲੋਕਾਂ ਬਾਰੇ, ਉਹਨਾਂ ਹੀ ਲੋਕਾਂ ਦਾ ਸੱਭਿਆਚਾਰ ਹੈ ਜਿਹੜਾ ਉਹਨਾਂ ਦੇ ਸੱਭਿਆਚਾਰਕ ਮੁਹਾਵਰਿਆਂ ਦੇ ਥਰੂ ਸਾਡੇ ਤੱਕ ਗੱਲ ਪਹੁੰਚ ਰਹੀ ਆ। ਤੇ ਉਹਦੇ ਨਾਲ ਹੀ ਇਸੇ ਤਰ੍ਹਾਂ ਮਤਲਬ ਇਸ ਸਟਰਗਲ ਦੀ, ਕਿਸੇ ਵੀ ਸਟਰਗਲ ਦੀ, ਨਾ ਸਿਰਫ ਇਹਦੀ, ਇੱਕ ਉਹ ਲਿਮਿਟੇਸ਼ਨ ਬਣ ਜਾਂਦੀ ਹੈ ਜੇ ਤੁਸੀਂ ਉਹਨਾਂ ਹੀ ਮੁਹਾਵਰਿਆਂ ਰਾਹੀਂ ਗੱਲ ਕਰਦੇ ਰਹੋਗੇ ਜੋ ਉਹਨਾਂ ਤੋਂ ਅੱਗੇ ਗੱਲ ਨਹੀਂ ਤੋਰ ਰਹੇ। ਤੇ ਉਹੀ ਮੈਨੂੰ ਇਸ ਸਟਰਗਲ 'ਚ ਵੀ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਜੀ ਤੁਹਾਡਾ ਮਤਲਬ ਬੜਾ ਸਾਫ਼ ਹੈ ਕਿ ਪਰਿਸਥਿਤੀਆਂ ਵੱਖ-ਵੱਖ ਰਹੀਆਂ, ਵੱਖ-ਵੱਖ ਮੌਕਿਆਂ ਤੇ ਵੱਖ-ਵੱਖ ਤਰ੍ਹਾਂ ਦੀਆਂ ਲਹਿਰਾਂ ਰਹੀਆਂ, ਲੇਕਿਨ ਉਹਦੇ ਵਿੱਚ ਡੋਮੀਨੇਟ ਕਰਨ ਵਾਲੇ ਇੱਕੋ ਹੀ ਤਰ੍ਹਾਂ ਦੇ ਚਿਹਰੇ ਰਹੇ, ਇੱਕੋ ਹੀ ਤਰ੍ਹਾਂ ਦੇ ਲੋਕ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਲੈ ਕੇ ਹੁਣ ਤੱਕ ਆਉਂਦਿਆਂ ਤੁਹਾਨੂੰ ਲੱਗਦਾ ਕਿ ਸ਼ੋਸ਼ਿਤ ਧਿਰਾਂ ਅਜੇ ਵੀ ਵੱਖਰੀਆਂ ਨੇ? ਤੁਹਾਨੂੰ ਲੱਗਦਾ ਅਜੇ ਵੀ ਉਸੇ ਹੀ ਤਰ੍ਹਾਂ ਦੇ, ਤੁਹਾਡਾ ਮੈਂ ਅਰਥ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜੱਟਵਾਦ ਭਾਰੂ ਰਿਹਾ, ਸਿੱਖੀਜ਼ਮ ਦੀ ਗੱਲ ਜ਼ਿਆਦਾ ਹੋਈ ਆ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਨੂੰ ਮੁਕੰਮਲ ਚੌਖਟੇ 'ਚ ਰੱਖ ਕੇ ਵੇਖਣਾ ਚਾਹੀਦਾ, ਨਾ ਕਿ ਧਿਰਾਂ 'ਚ, ਜਾਤਾਂ 'ਚ ਜਾਂ ਵਰਗਾਂ ਦੇ ਵਿੱਚ ਵੰਡ ਕੇ ਦੇਖਣਾ ਚਾਹੀਦਾ? ਮੈਨੂੰ ਲੱਗਦਾ ਬਿਲਕੁਲ ਦੇਖਣਾ ਚਾਹੀਦਾ ਹੈ। ਪਰ ਹੋ ਇਹ ਰਿਹਾ ਕਿ ਜਦੋਂ ਅਸੀਂ ਪੰਜਾਬ ਸ਼ਬਦ ਕਹਿ ਰਹੇ ਹਾਂ ਤਾਂ ਸਾਡਾ ਮਤਲਬ ਕੀ ਹੈ ਉਹਦੇ ਨਾਲ?
ਅਸੀਂ ਕਿਹੜੇ ਪੰਜਾਬ ਦੀ ਗੱਲ ਕਰ ਰਹੇ ਹਾਂ, ਸਵਾਲ ਇਹ ਹੈ। ਇਸ ਤਰ੍ਹਾਂ ਦੇ ਗੀਤ ਆ ਰਹੇ ਆ, ਇਸ ਤਰ੍ਹਾਂ ਦੀ ਗੱਲ ਆ ਰਹੀ ਆ, ਲੇਖ ਲਿਖੇ ਜਾ ਰਹੇ ਆ, ਲੋਕ ਆਪਣੀ ਸਪੀਚਸ 'ਚ ਹਰ ਜਗ੍ਹਾ ਗੱਲ ਤਾਂ ਪੰਜਾਬ ਦੀ ਹੋ ਰਹੀ ਹੈ, ਸ਼ਬਦ ਪੰਜਾਬ ਹੈ, ਪਰ ਕੀ ਉਹ ਪੰਜਾਬ ਸ਼ਬਦ ਸਰਵ ਵਿਆਪਕ ਹੈ? ਕੀ ਉਹ ਪੰਜਾਬ ਸ਼ਬਦ, ਜਿਵੇਂ ਤੁਸੀਂ ਕਹਿ ਰਹੇ ਸੀ, ਉਹਦਾ ਕੋਈ ਪ੍ਰਸਾਰ ਇਸ ਲੈਵਲ ਤੱਕ ਹੋ ਰਿਹਾ ਕਿ ਉਹਦੇ ਵਿੱਚ ਹਰ ਜਾਤ ਜਮਾਤ ਦੇ ਲੋਕ ਆਪਣੀ ਪ੍ਰਤੀਨਿਧਤਾ ਵੇਖ ਸਕਦੇ ਆ? ਉਹਦੀ ਮੈਨੂੰ ਕਮੀ ਲੱਗਦੀ ਹੈ, ਤੇ ਉਹ ਕਿਸੇ ਵੀ ਸਟਰਗਲ ਦੀ ਰਹੇਗੀ। ਮਤਲਬ ਇੱਕ ਚੀਜ਼ ਮੈਂ ਹੋਰ ਇੱਥੇ ਕਲੀਅਰ ਕਰਦਾ ਕਿ ਇਹਦੀ ਨਿਸ਼ਾਨਦੇਹੀ ਕਿਸੇ ਵੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਹੈ, ਇਹ ਉਹਨੂੰ ਪਿੱਛੇ ਨਹੀਂ ਰੋਕੇਗੀ। ਮਤਲਬ ਇਹਦੇ ਵਿੱਚ ਬਹੁਤ ਲੋਕ ਇਨਸਿਕਿਉਰ ਵੀ ਫੀਲ ਕਰਦੇ ਕਿ ਤੁਸੀਂ ਕਿਉਂ ਇਹ ਗੱਲ ਤੋੜ ਰਹੇ ਹੋ। ਉਹ ਮਤਲਬ ਜੇ ਤੁਸੀਂ ਅੱਜ ਇਸ ਸਟਰਗਲ 'ਚ ਵਰਤਮਾਨ 'ਚ ਜਿਉਂਦੇ ਹੋਏ ਸੋਚ ਸਕਦੇ ਹੋ ਕਿ ਨਹੀਂ, ਇਹਨਾਂ ਚੀਜ਼ਾਂ ਬਾਰੇ ਗੱਲ ਨਹੀਂ ਕਰਨੀ ਕਿ ਸਟਰਗਲ ਕਿਸੇ ਹੋਰ ਪਾਸੇ ਨਾ ਚਲੇ ਜਾਏ, ਕੋਈ ਨੁਕਸਾਨ ਨਾ ਹੋ ਜਾਏ, ਪਰ ਜਦੋਂ ਤੁਸੀਂ ਭਵਿੱਖ ਬਾਰੇ ਸੋਚਦੇ ਹੋ ਤਾਂ ਐਂ ਲੱਗਦਾ ਕਿ ਪੰਜਾਬ ਦੀ ਹਿਸਟੋਰੀਕਲ ਮੈਮਰੀ 'ਚ, ਪੰਜਾਬ ਦੀ ਕਲੈਕਟਿਵ ਮੈਮਰੀ 'ਚ ਕੀ ਇਸ ਸਟਰਗਲ ਦਾ ਇੰਪੈਕਟ ਰਹੇਗਾ, ਕੀ ਇਹਦਾ ਪ੍ਰਭਾਵ ਪਏਗਾ ਸਾਡੀ ਸਾਈਕੀ ਤੇ, ਪੰਜਾਬੀ ਲੋਕਾਂ ਦੇ ਮਨਾਂ ਤੇ, ਉਹਨਾਂ ਦੇ ਮਾਨਸਾਂ ਤੇ ਕੀ ਪ੍ਰਭਾਵ ਪਏਗਾ? ਕੀ ਉਹ ਸਿਰਫ ਆਹੀ ਰਹਿ ਜਾਏਗਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਹੋਰ ਬਹੁਤ ਇਤਿਹਾਸਿਕ ਸਟਰਗਲ ਲੜੀ ਸੀ ਜਿਹਦੇ ਵਿੱਚ ਕੁਝ ਲੋਕਾਂ ਨੇ ਜ਼ਮੀਨ ਦੀ ਸੁਰੱਖਿਆ ਕਰ ਲਈ ਸੀ? ਜੇ ਤਾਂ ਸਿਰਫ ਇੰਨਾ ਹੈ ਤਾਂ ਫਿਰ ਅਸੀਂ ਅੱਗੇ ਨਹੀਂ ਤੁਰ ਰਹੇ, ਅਸੀਂ ਫਿਰ ਮਤਲਬ ਅਸੀਂ ਇਤਿਹਾਸ 'ਚ ਜੀ ਰਹੇ ਹਾਂ ਤੇ ਉਸੇ ਨੂੰ ਦੁਬਾਰਾ ਰਿਪੀਟ ਕਰ ਰਹੇ ਹਾਂ ਅਸੀਂ ਬੇਸਿਕਲੀ। ਹੁਣ ਸਵਾਲ ਹੈ ਕਿ ਅਸੀਂ ਉਸ ਤੋਂ ਅੱਗੇ ਕਿਵੇਂ ਵਧੀਏ, ਉਸ ਤੋਂ ਸਿੱਖਦੇ ਹੋਏ ਅੱਗੇ ਕਿਵੇਂ ਵਧੀਏ ਉਹਦੇ ਤੋਂ। ਮੈਨੂੰ ਬਹੁਤ ਦਿਲਚਸਪ ਲੱਗੀ ਤੁਹਾਡੀ ਗੱਲ, ਮੈਨੂੰ ਦਿਲਚਸਪ ਲੱਗੀ, ਲੇਕਿਨ ਮੈਂ ਹੁਣ ਨਿੱਕਤਾ ਦਾ ਨਜ਼ਰੀਆ ਹੀ ਜਾਣਨਾ ਚਾਹੂੰਗਾ ਕਿ ਇਹਨੂੰ ਅਸੀਂ ਅੱਗੇ ਕਿਸ ਤਰੀਕੇ ਨਾਲ ਦੇਖਦੇ ਹਾਂ। ਇਸ ਅੰਦੋਲਨ ਨੇ ਦੇਰ ਸਵੇਰ ਖਤਮ ਤਾਂ ਹੋਣਾ ਹੈ, ਇਸ ਅੰਦੋਲਨ ਨੇ ਅੱਗੇ ਵੱਧ ਕੇ ਕਿਸੇ ਨਾ ਕਿਸੇ ਸੀਮਾ ਤੇ ਜਾ ਕੇ, ਭਾਵੇਂ ਨੈਗੋਸੀਏਸ਼ਨਸ ਹੋਣ, ਕੁਝ ਵੀ ਹੋਵੇ, ਕੁਝ ਪ੍ਰਾਪਤੀਆਂ ਕਿਸੇ ਧਿਰ ਦੀਆਂ ਹੋਣਗੀਆਂ ਜਾਂ ਕਿਸੇ ਦੇ ਸ਼ਮਲੇ 'ਚ ਇੱਕ ਹੋਰ ਫੁੱਲ ਲੱਗ ਜਾਊਗਾ। ਲੇਕਿਨ ਨਿੱਕਤਾ ਕੀ ਚਾਹੁੰਦੇ ਆ ਕਿ ਇਹ ਪੰਜਾਬ ਨੂੰ ਕਿਵੇਂ ਪ੍ਰਭਾਸ਼ਿਤ ਕਰੇ, ਪੰਜਾਬ 'ਚ ਚੇਤਨਾ ਦੇ ਨਜ਼ਰੀਏ ਤੋਂ, ਜਾਂ ਤੁਹਾਡੇ ਹੋਰ ਵੀ ਕੋਈ ਪਹਿਲੂ ਆ? ਕਿਸੇ ਚੇਤਨਾ ਦੇ ਨਜ਼ਰੀਏ ਤੋਂ ਤਾਂ ਪੰਜਾਬ ਤੇ ਪ੍ਰਭਾਵ ਮਤਲਬ ਪੈ ਹੀ ਰਿਹਾ, ਮੈਂ ਪਹਿਲਾਂ ਹੀ ਗੱਲ ਕਹਿ ਰਹੀ ਹਾਂ, ਪਰ ਦ ਕੁਐਸਚਨ ਇਸ ਕਿ ਉਹ ਪ੍ਰਭਾਵ ਕਿਸ ਲੈਵਲ ਤੇ ਪੈ ਰਿਹਾ, ਕਿਸ ਤਰ੍ਹਾਂ ਦਾ ਪੈ ਰਿਹਾ। ਜੇ ਉਹ ਪ੍ਰਭਾਵ ਸਿਰਫ ਇਸ ਲੈਵਲ ਦਾ ਪੈਣਾ ਕਿ ਬੱਲੇ ਬੱਲੇ ਹੋ ਗਈ, ਅਸੀਂ ਤਾਂ ਬਹੁਤ ਕਮਾਲ ਕੰਮ ਕਰਤਾ, ਤੇ ਫਿਰ ਅਸੀਂ ਘਰ 'ਚ ਬਹਿ ਕੇ ਉਸੇ ਤਰ੍ਹਾਂ ਦੀ ਪਿੱਤਰ ਕੀ, ਉਸੇ ਤਰ੍ਹਾਂ ਦੀ ਸੰਸਥਾਵਾਂ ਵਿੱਚ ਹੀ ਬੈਠੇ ਰਹਿਣਾ ਹੈ, ਫਿਰ ਇਹ ਸਟਰਗਲ ਬਹੁਤ ਲਿਮਿਟਿਡ ਆ। ਫਿਰ ਇਹ ਸਟਰਗਲ ਨੂੰ ਜਨ ਅੰਦੋਲਨ ਕਹਿਣ ਸਾਨੂੰ ਸ਼ਾਇਦ ਥੋੜਾ ਗੁਰੇਜ਼ ਕਰਨਾ ਚਾਹੀਦਾ, ਕਿ ਕਲੀਅਰ ਕਰ ਦੇਣਾ ਚਾਹੀਦਾ ਕਿ ਇਹ ਸੰਘਰਸ਼ ਸਾਡੇ ਲਈ ਆਰਥਿਕ ਹਿੱਤਾਂ ਤੱਕ ਸੀਮਿਤ ਹੈ, ਇੱਕ ਖਾਸ ਤਬਕੇ ਦੇ, ਤੇ ਉਹਦੇ ਵਿੱਚ ਦੂਜੇ ਤਬਕੇ ਵੀ ਅਫੈਕਟ ਹੋ ਰਹੇ ਆ, ਇਸ ਕਰਕੇ ਥੋੜੀ ਬਹੁਤ ਸਾਂਝ ਆ, ਇੰਨੀ ਕੁ ਗੱਲ ਹੋ ਜਾਂਦੀ ਆ। ਪਰ ਇਸ ਸਟਰਗਲ 'ਚ ਬਹੁਤ ਵੱਡੀ ਗਿਣਤੀ 'ਚ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਦਲਿਤ ਸਮੁਦਾਇ ਵੀ ਪਾਰਟਿਸਿਪੇਟ ਕਰ ਰਿਹਾ, ਔਰਤਾਂ ਵੀ ਪਾਰਟਿਸਿਪੇਟ ਕਰ ਰਹੀਆਂ, ਉਹ ਵੀ ਲਗਾਤਾਰ ਆਪਣੀ ਸਪੇਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹ ਵੀ ਪੰਜਾਬ ਦੀ ਪਰਿਭਾਸ਼ਾ ਵਿੱਚ ਆਉਣਾ ਚਾਹੁੰਦੇ ਆ। ਮੈਨੂੰ ਇਹ ਲੱਗਦਾ ਕਿ ਇਸ ਸਟਰਗਲ ਤੋਂ ਘੱਟੋ ਘੱਟ ਅਸੀਂ ਇਹ ਚਰਚਾ ਤਾਂ ਚਲਾ ਸਕਦੇ ਹਾਂ ਕਿ ਪੰਜਾਬ ਦੀ ਪੰਜਾਬੀਅਤ ਦਾ ਅਰਥ ਕੀ ਹੋਵੇ, ਪੰਜਾਬ 'ਚ ਰਹਿ ਰਹੇ ਲੋਕਾਂ ਦਾ ਪੰਜਾਬ ਉਹ ਬਣੇ ਕਿਵੇਂ ਉਹ ਸਿਰਫ ਖਾਸ ਇੱਕ ਜਿਵੇਂ ਇੱਕ ਪਾਰਟਿਕੂਲਰ ਧਿਰ ਸੈਕਸ਼ਨ ਦਾ ਪੰਜਾਬ ਨਾ ਰਹਿ ਕੇ ਸਾਰਿਆਂ ਦਾ ਪੰਜਾਬ ਹੋ ਸਕੇ। ਤੇ ਉਹਦੇ ਵਿੱਚ ਮਤਲਬ ਆਪਾਂ ਐਗਜ਼ਾਮਪਲ ਦੇ ਥਰੂ ਗੱਲ ਕਰ ਸਕਦੇ ਹਾਂ ਕਿ ਕਿੰਨੀਆਂ ਔਰਤਾਂ ਇਸ ਸਟਰਗਲ 'ਚ ਪਾਰਟਿਸਿਪੇਟ ਕਰ ਰਹੀਆਂ, ਉਹਨਾਂ ਨੂੰ ਪਹਿਲਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਈਆਂ, ਕਿਉਂਕਿ ਇਸ ਸਟਰਗਲ ਦੇ ਨਾਲ ਮੇਰੇ ਕਈ ਦੋਸਤ ਵੀ ਜੁੜੇ ਹੋਏ ਆ ਤੇ ਲਗਾਤਾਰ ਅਸੀਂ ਰਾਬਤਾ ਵੀ ਬਣਾ ਕੇ ਰੱਖਿਆ ਕਿ ਪਹਿਲਾਂ ਉਹਨਾਂ ਨੂੰ ਆਪਣੀ ਥਾਂ ਬਣਾਉਣ ਲਈ ਹੀ ਲੜਨਾ ਪਿਆ ਕਿ ਸਾਡਾ ਵੀ ਮਸਲਾ ਹੈ, ਇਹੀ ਪ੍ਰੂਵ ਕਰਨ ਲਈ ਲੜਾਈ ਲੜਨੀ ਪਈ ਹੈ। ਇਸੇ ਤਰ੍ਹਾਂ ਦਲਿਤ ਸਮਾਜ ਤੇ ਵੀ ਸਵਾਲ ਉੱਠਿਆ, ਉਹਨਾਂ ਦੀ ਆਪਣੀ ਇੱਕ ਸਟਰਗਲ ਹੈ ਜਿਹੜੀ ਲਗਾਤਾਰ ਪੰਜਾਬ ਨਾਲ ਚੱਲ ਰਹੀ ਹੈ, ਜੋ ਹਾਲੇ ਤੱਕ ਅਸੀਂ ਨਿਸ਼ਾਨਦੇਹੀ ਵੀ ਨਹੀਂ ਕਰ ਪਾ ਰਹੇ। ਮਤਲਬ ਸਾਡੇ ਲਈ ਇੰਪੋਰਟੈਂਟ ਹੋਇਆ ਪਿਆ ਇਸ ਵਕਤ ਇਹ ਕਹਿਣਾ ਕਿ ਇੱਕ ਪਾਸੇ ਅਸੀਂ ਆ ਜਿਹੜੇ ਲੋਕਾਂ ਦੀ ਲੁੱਟ ਹੋ ਰਹੀ ਆ ਤੇ ਦੂਜੇ ਪਾਸੇ ਲੁੱਟਣ ਵਾਲੀ ਸਟੇਟ ਆ, ਪਰ ਸਾਡੇ ਆਪਣੇ ਵੱਲ ਮੂਵ ਕਰਕੇ ਵੀ ਵੇਖੀਏ ਨਾ ਕਿ ਅਸੀਂ ਆਪਣੇ ਅੰਦਰ ਜਿਹੜਾ ਸਾਡਾ ਬਿਖਰਾਵ ਹੈ ਸਿਰਾ ਸਾਰਾ ਅੰਦਰ ਜਿੰਨੀਆਂ ਡਿਵੀਜ਼ਨਸ ਹੋਈਆਂ ਪਈਆਂ ਉਹਨਾਂ ਵੱਲ ਪਾਸਾ ਕਰਕੇ ਵੇਖੀਏ ਅਸੀਂ ਕੀ ਕਰ ਰਹੇ ਹਾਂ। ਨਿੱਕਤਾ ਸ਼ੁਰੂ ਕਰਦੇ ਜੀ, ਨਿੱਕਤਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਦੇ ਵੀ ਕਿਸੇ ਧਿਰ ਨੂੰ ਆਪਣੇ ਆਪ ਕੁਝ ਨਹੀਂ ਮਿਲਿਆ। ਤੁਸੀਂ ਜਿਨ੍ਹਾਂ ਧਿਰਾਂ ਦੀ ਗੱਲ ਕਰ ਰਹੇ ਹੋ, ਮੈਂ ਉਹਨਾਂ ਧਿਰਾਂ ਵੱਲ ਖਲੋ ਕੇ ਵੇਖਣਾ ਚਾਹਾਂ ਤੇ ਮੈਨੂੰ ਅੱਜ ਵੀ ਦਲਿਤ ਉਵੇਂ ਹੀ ਅੱਗੇ ਹੌਲੀ ਹੌਲੀ ਸਰਕਦੇ ਵੱਧਦੇ ਲੱਗਦੇ ਆ। ਉਹ ਵਿਕਾਸ ਨਾ ਥੱਲੇ ਹੀ ਆ, ਅਦਰਵਾਈਜ਼ ਹੈ ਨਹੀਂ। ਅੱਜ ਵੀ ਔਰਤ ਦੀ ਪਾਰਟਿਸਿਪੇਸ਼ਨ ਜਿਹੜੀਆਂ ਇਹ ਸੰਸਥਾਵਾਂ ਨੇ ਜਿਨ੍ਹਾਂ ਨੂੰ ਤੁਸੀਂ ਰਾਜਨੀਤਿਕ ਕਹਿੰਦੇ ਹੋ, ਇਹਨਾਂ ਦੇ ਵਿੱਚ ਨਾ ਬਰਾਬਰ ਹੈ। ਜਿਹੜੇ ਆਏ ਵੀ ਨੇ ਉਹ ਕਿਸੇ ਨਾ ਕਿਸੇ ਪੌੜੀਆਂ ਦੇ ਸਹਾਰੇ ਆਏ ਆ, ਕਿਸੇ ਹੋਰ ਦੇ ਸਹਾਰੇ। ਮੈਂ ਅੱਜ ਵੀ ਉਸ ਨੌਜਵਾਨ ਵਰਗ ਨੂੰ ਦੇਖਦਾ ਜਿਹੜਾ ਸਿਰਫ ਇੱਕ ਛੋਟੀ ਜਿਹੀ ਨੌਕਰੀ ਤੱਕ ਸੀਮਤ ਹੋ ਕੇ ਰਹਿ ਰਿਹਾ, ਮੁਕੰਮਲ ਪਾਰਟਿਸਿਪੇਸ਼ਨ ਦੀ ਅਣਹੋਂਦ ਆ। ਮੈਨੂੰ ਇਹ ਦੱਸੋ ਕਿ ਇਹ ਅੰਦੋਲਨ ਦੇ ਵਿੱਚੋਂ ਜੇ ਚੇਤਨਾ ਤੋਂ ਅੱਗੇ ਇਹ ਧਿਰਾਂ ਲੜਨਗੀਆਂ ਨਹੀਂ, ਖਲੋਣਗੀਆਂ ਨਹੀਂ,
ਕਿਉਂ ਕੋਈ ਹੁਣ ਮੰਨ ਲਓ ਸਟੇਟ 'ਚ ਅਧਿਕਾਰ ਨਹੀਂ ਦੇ ਰਹੀ, ਤੇ ਜਿਹੜੀ ਧਿਰ ਕੋਲੋਂ ਇੱਥੇ ਵੀ ਪੰਜਾਬ ਦੇ ਵਿੱਚ ਡੋਮੀਨੇਸ਼ਨ ਆ, ਉਹ ਵੀ ਦੂਜਿਆਂ ਨੂੰ ਕਿਉਂ ਕੋਈ ਦਊਗੀ? ਵਰਤਣਾ ਤਾਂ ਸਾਰੇ ਚਾਹੁੰਦੇ ਆ। ਤੁਹਾਨੂੰ ਲੱਗਦਾ ਹੈ ਇਹਨਾਂ ਧਿਰਾਂ ਦੇ ਉੱਠਣ ਲਈ ਕੀ ਹੋਣਾ ਬਣਦਾ ਹੈ? ਇਹਨਾਂ ਦੇ ਅੰਦਰੋਂ ਜਿਹੜੀ ਇੱਕ ਤਰ੍ਹਾਂ ਦੀ ਚੇਤਨਾ ਵਾਲੀ ਲਹਿਰ ਆ ਤੇ ਉਹਨਾਂ ਦੀ ਲੀਡਰਸ਼ਿਪ, ਉਹਨੂੰ ਕੌਣ ਲਿਆਊਗਾ? ਕਿੱਥੋਂ ਨਿਕਲ ਕੇ ਆਊਗੀ? ਮੈਨੂੰ ਲੱਗਦਾ ਨਿਕਲ ਰਹੀ ਹੈ। ਮੇਰੀ ਆਬਜ਼ਰਵੇਸ਼ਨ ਆ ਕਿ ਇਹ ਨਹੀਂ ਕਿ ਲੋਕ ਬੋਲ ਨਹੀਂ ਰਹੇ, ਇਹ ਵੀ ਨਹੀਂ ਕਿ ਲੋਕ ਚੇਤਨ ਨਹੀਂ, ਪਰ ਇਹ ਜ਼ਰੂਰ ਆ ਕਿ ਜਿਸ ਤਰ੍ਹਾਂ ਦਾ ਸੈਂਸਿਟਿਵ ਮੂਮੈਂਟ ਇਹ ਬਣਿਆ ਹੋਇਆ, ਤੁਹਾਨੂੰ ਕੈਂਸਲ ਕਰਨ 'ਚ ਲੋਕਾਂ ਨੇ ਇੱਕ ਸਕਿੰਟ ਨਹੀਂ ਲਾਣਾ, ਤੇ ਉਸ ਡਰ 'ਚੋਂ ਵੀ ਲੋਕ ਰੁਕੇ ਹੋਏ ਆ। ਇਹ ਨਹੀਂ ਕਿ ਲੋਕ ਸੋਚ ਨਹੀਂ ਰਹੇ, ਲੋਕ ਬੋਲ ਨਹੀਂ ਰਹੇ, ਲੋਕ ਸਟੇਜ ਤੋਂ ਕੁਝ ਹੋਰ ਬੋਲ ਰਹੇ ਆ ਤੇ ਤੁਹਾਡੇ ਨਾਲ ਪਰਸਨਲ ਗੱਲਬਾਤ 'ਚ ਬਿਲਕੁਲ ਹੀ ਅਲੱਗ ਤੇ ਆਪੋਜ਼ਿਟ ਚੀਜ਼ ਵੀ, ਵਿਰੋਧੀ ਚੀਜ਼ ਵੀ ਬੋਲ ਦਿੰਦੇ ਆ, ਕਿਉਂਕਿ ਇਹ ਮੂਮੈਂਟ ਨਾ ਦਰਅਸਲ ਇੰਨਾ ਖਤਰਨਾਕ ਬਣਿਆ ਹੋਇਆ, ਮੈਨੂੰ ਲੱਗਦਾ ਇਸ ਪਾਰਟਿਕੂਲਰ ਮੂਮੈਂਟ ਤੇ ਖਾਸ ਕਰਕੇ 26 ਵਾਲੀ ਘਟਨਾ ਤੋਂ ਬਾਅਦ, ਕਿ ਇੱਕ ਤਰ੍ਹਾਂ ਦੀ ਇਨਸਿਕਿਉਰਿਟੀ ਫੈਲੀ ਹੋਈ ਆ, ਅਸੀਂ ਬਹੁਤ ਅਸਹਿਜ ਹੋਏ ਪਏ ਆ ਸਾਰੇ, ਤੇ ਉਹਦੇ ਵਿੱਚੋਂ ਪੈਰਾਨੋਇਡ ਵੀ ਬਹੁਤ ਹੋ ਰਹੇ ਆ ਕਿ ਇਹ ਵੀ ਏਜੰਟ ਆ, ਇਹ ਵੀ ਕਿਸੇ ਉਧਰ ਦਾ ਬੰਦਾ ਤਾਂ ਨਹੀਂ, ਇੱਧਰ ਦਾ ਤਾਂ ਨਹੀਂ। ਤੇ ਉਸ ਸਾਰੇ ਵਿੱਚ ਹੀ ਮੈਨੂੰ ਲੱਗਦਾ ਕਿ ਜਿਹੜੇ ਲੋਕ ਪਹਿਲਾਂ ਬੋਲ ਵੀ ਰਹੇ ਸੀ, ਕੰਮ ਕਰ ਰਹੇ ਸੀ, ਜਿਵੇਂ ਬਹੁਤ ਔਰਤਾਂ ਉੱਥੇ ਇੱਕ ਸਪੀਚ ਆਈ ਸੀ ਸਟਾਰਟਿੰਗ 'ਚ, ਉੱਥੇ ਇੱਕ ਔਰਤ ਬੋਲ ਰਹੀ ਹੈ, ਇੱਕ ਲੀਡਰ ਬੋਲ ਰਹੀ ਹੈ ਕਿ ਤੁਹਾਨੂੰ ਇੱਥੇ ਔਰਤਾਂ ਨੂੰ ਥਾਂ ਦੇਣੀ ਪਊਗੀ, ਔਰਤਾਂ ਆਪਣੀਆਂ ਸਪੇਸ ਆਪ ਲੈਣਗੀਆਂ, ਇਸ ਤਰ੍ਹਾਂ ਦੀ ਗੱਲ ਬੋਲ ਰਹੇ ਆ। ਹੁਣ ਉਹ ਗੱਲ ਤੁਹਾਨੂੰ ਨਹੀਂ ਸੁਣਨ ਨੂੰ ਮਿਲਦੀ, ਕਿਉਂਕਿ ਹੁਣ ਉਹ ਜਿਹੜੀ ਕੰਟਰਡਿਕਸ਼ਨ ਆ ਸਟੇਟ ਦੇ ਨਾਲੋਂ ਬਹੁਤ ਸ਼ਾਰਪ ਹੋ ਚੁੱਕੀ ਆ। ਤੇ ਇਸ ਸੰਦਰਭ 'ਚ ਲੋਕਾਂ ਨੂੰ ਵੀ ਲੱਗ ਰਿਹਾ, ਲੀਡਰਸ਼ਿਪ ਨੂੰ ਵੀ ਲੱਗ ਰਿਹਾ, ਸਾਰਿਆਂ ਨੂੰ ਇਹੀ ਇੱਕ ਤਰ੍ਹਾਂ ਦਾ ਡਰ ਬੈਠਿਆ ਹੋਇਆ ਉਹਨਾਂ ਦੇ ਮਨਾਂ 'ਚ। ਮੈਨੂੰ ਲੱਗਦਾ ਉਹ ਇੱਕ ਲੈਵਲ ਤੇ ਜਾਇਜ਼ ਵੀ ਹੈ, ਇਹ ਨਹੀਂ ਕਿ ਕੋਈ ਖਤਰਾ ਨਹੀਂ ਹੈ, ਖਤਰਾ ਹੈ, ਬਟ ਖਤਰਾ ਤੁਸੀਂ ਉਸਨੂੰ ਉਹ ਜਿਹੜਾ ਖਤਰਾ ਹੈ ਉਹ ਆਪਣੇ ਲੋਕਾਂ ਤੋਂ ਨਹੀਂ ਹੈ। ਇੱਕ ਇਹ ਫਾਸਲਾ ਨਾ ਤੈਅ ਕਰਨ ਦੀ, ਮਤਲਬ ਇੱਕ ਤਰ੍ਹਾਂ ਦਾ ਬਾਈਫਰਕੇਟ ਇਹਨੂੰ ਕਰ ਦੇਣਾ ਚਾਹੀਦਾ ਹੈ, ਇਹਦਾ ਖੇੜਾ ਕਰ ਦੇਣਾ ਚਾਹੀਦਾ ਹੈ। ਤੇ ਉਹਦੇ ਵਿੱਚ ਹੀ ਮਤਲਬ ਆਈ ਥਿੰਕ ਇਸ ਸਟਰਗਲ 'ਚ ਮੈਨੂੰ ਹਲੇ ਵੀ ਲੱਗਦਾ ਕਿ ਪੋਟੈਂਸ਼ੀਅਲ ਹੈ, ਬਹੁਤ ਲੰਬਾ ਚੱਲਣ ਵਾਲਾ ਹੈ, ਇਹ ਕੋਈ ਛੇਤੀ ਨਿਬੜਨ ਵਾਲਾ ਤੇ ਇਸ ਸਮੇਂ ਲੱਗ ਨਹੀਂ ਰਿਹਾ। ਹੋ ਸਕਦਾ ਅਸੀਂ ਗਲਤ ਹੋਈਏ, ਬਟ ਜਿਸ ਤਰ੍ਹਾਂ ਦੇ ਹਾਲਾਤ ਹੁਣ ਬਣੇ ਹੋਇਆ, ਯੂ ਨੈਵਰ ਨੋ ਕੀ ਹੋਏਗਾ ਇਸ ਸਟਰਗਲ ਦਾ। ਤੇ ਉਹਦੇ ਵਿੱਚ ਜੇ ਲੰਬਾ ਸੰਘਰਸ਼ ਹੈ ਤਾਂ ਫਿਰ ਅਸੀਂ ਘੱਟੋ ਘੱਟ ਪੰਜਾਬ ਦੀਆਂ ਜਿਹੜੀਆਂ ਦੂਜੀਆਂ ਧਿਰਾਂ ਨੇ, ਦੂਜੀਆਂ ਇਨ ਦ ਸੈਂਸ ਕਿ ਹੈ ਤਾਂ ਉਹ ਵੀ ਪੰਜਾਬੀ ਦੇ ਉੱਥੇ ਪਹੁੰਚੇ ਹੋਏ ਆ, ਅਸੀਂ ਉਹਨਾਂ ਦੀ ਵੀ ਗੱਲ ਕਰ ਹੀ ਸਕਦੇ ਹਾਂ। ਉਹਨਾਂ ਦੀ ਗੱਲ ਕਰਨਾ ਸੰਘਰਸ਼ ਵਿਰੋਧੀ ਹੋ ਜਾਣਾ ਨਹੀਂ ਹੈ। ਅੱਛਾ, ਮੈਨੂੰ ਤੁਹਾਡੀ ਸਮਝ ਤੇ ਪਸਾਰ ਜਿਹੜੇ ਆ ਉਹ ਪ੍ਰਭਾਵਿਤ ਕਰ ਰਹੇ ਆ। ਮੈਂ ਇਹ ਸਮਝਦਾ ਹਾਂ ਤੁਹਾਡੇ ਕੋਲੋਂ, ਤੁਹਾਨੂੰ ਇੰਝ ਲੱਗਦਾ ਹੈ ਕਿ ਜਦੋਂ ਮੰਚ ਸੱਜ ਜਾਂਦੇ ਆ, ਉਸ ਮੰਚ ਦੇ ਉੱਤੇ ਜੇਕਰ ਤੁਸੀਂ ਬਹੁਤ ਲੰਬੀ ਦੇਰ ਤੱਕ ਸਰਵਾਈਵ ਕਰਨਾ, ਉਹ ਪਰਦਾ ਤੁਹਾਡੇ ਲਈ ਖੁੱਲ ਗਿਆ, ਤੇ ਉਸ ਪਰਦੇ ਨੂੰ ਇਸ ਸੱਭਿਅਤਾ ਦੇ ਮੌਲਣ ਲਈ, ਵਿਕਸਿਤ ਹੋਣ ਲਈ ਵਰਤ ਲੈਣਾ ਚਾਹੀਦਾ। ਉੱਥੇ ਹੁਣ ਤੁਹਾਡੀ ਕਿਸਾਨੀ ਦੀ ਹਰ ਦਿਨ ਗੱਲ ਤੁਹਾਨੂੰ ਅਕਾਏਗੀ, ਤੁਹਾਨੂੰ ਪੰਜਾਬ ਦੇ ਮੁਹਾਂਦਰੇ ਨੂੰ ਬਦਲਣ ਲਈ ਉੱਥੋਂ ਇੱਕ ਨਵਾਂ ਬਿਰਤਾਂਤ ਸਿਰਜਣਾ ਪਊਗਾ। ਨੈਰੇਟਿਵ ਇਹ ਹੋਵੇ ਕਿ ਪੰਜਾਬ ਕਿਵੇਂ ਬਦਲੇ। ਤੁਹਾਨੂੰ ਉੱਥੇ ਸਿਰਫ ਤੇ ਸਿਰਫ ਇੱਕ ਧਿਰ ਨੂੰ ਗਾਲਾਂ, ਸਟੇਟ ਨੂੰ ਗਾਲਾਂ ਕੱਢਣ ਨਾਲ ਗੱਲ ਨਹੀਂ ਬਣਨੀ। ਤੁਸੀਂ ਉਸ ਸੱਜੇ ਹੋਏ ਮੰਚ ਤੋਂ ਪੰਜਾਬ ਦੇ ਚਿਹਰੇ ਮੋਹਰੇ ਨੂੰ ਬਦਲ ਸਕੋ, ਉੱਥੇ ਹਰ ਦਿਨ ਨਵੇਂ ਤਰੀਕੇ ਨਾਲ ਨਵੀਂ ਗੱਲ ਨਿਕਲ ਕੇ ਆਵੇ। ਇਹ ਅੰਦੋਲਨ ਇਸ ਤਰੀਕੇ ਦਾ ਹੋਵੇ, ਇਹਦੀਆਂ ਜਿਹੜੀਆਂ ਦਿਸ਼ਾਵਾਂ ਨੇ, ਇਹਦੀਆਂ ਪਰਤਾਂ ਨੇ, ਇਹ ਬਹੁਤ ਜ਼ਿਆਦਾ ਬਹੁਪਰਤੀ ਹੋ ਜਾਣ। ਤੁਹਾਨੂੰ ਇੰਜ ਲੱਗਦਾ ਹੈ ਕਿ ਉਹਨੂੰ ਵਰਤਣਾ ਚਾਹੀਦਾ, ਤੇ ਜਿਹੜਾ ਵਿਸ਼ਾਲ ਕੈਨਵਸ ਤੇ ਵਰਤਣਾ ਚਾਹੀਦਾ, ਉਹਦੇ 'ਚ ਤੁਸੀਂ ਨਕਾਰਾਤਮਕ ਸੋਚ ਛੱਡ ਦਿਓ ਔਰ ਜਿਹੜੀ ਤੁਹਾਡੀ ਸੰਕੀਰਨਤਾ ਉਹਨੂੰ ਪਾਸੇ ਰੱਖ ਦਿਓ, ਉੱਥੋਂ ਪੰਜਾਬ ਬੋਲੇ। ਤੁਹਾਨੂੰ ਲੱਗਦਾ ਪੰਜਾਬ ਬਦਲੇ, ਹਰ ਧਿਰ ਦਾ ਪੰਜਾਬ ਉੱਥੋਂ ਨਜ਼ਰ ਆਵੇ। ਹਾਂ, ਬਿਲਕੁਲ ਇੰਜ ਹੀ ਲੱਗਦਾ ਮੈਨੂੰ। ਤੁਸੀਂ ਕਨਕਲੂਡ ਜਿਹਾ ਕਰਤਾ ਇੱਕ ਤਰ੍ਹਾਂ ਮੇਰੀ ਗੱਲ ਨੂੰ, ਤੇ ਉਹ ਮੈਨੂੰ ਲੱਗਦਾ ਸੰਘਰਸ਼ ਹੀ ਇਹੋ ਜਿਹਾ ਟਾਈਮ ਹੁੰਦਾ ਜੋ ਕਰ ਸਕਦਾ ਹੈ ਜੀ। ਅਦਰਵਾਈਜ਼ ਤੁਸੀਂ ਆਮ ਆਪਣੇ ਘਰਾਂ 'ਚ ਬੈਠੇ ਹੋ, ਕੋਈ ਇਸ ਤਰ੍ਹਾਂ ਦੇ ਹਿਸਟੋਰੀਕਲ ਮੂਮੈਂਟਸ ਆਉਂਦੇ ਆ ਜਦੋਂ ਸਾਰੇ ਲੋਕ ਕਿਸੇ ਸਟੇਟ ਦੇ ਕਿਸੇ ਕਮਿਊਨਿਟੀ ਦੇ ਇਕੱਠੇ ਹੋ ਕੇ ਆਪਣੇ ਹਿੱਤਾਂ ਲਈ ਲੜਦੇ ਆ, ਜਾਂ ਆਪਣੀ ਜੋ ਉਹਨਾਂ ਤੇ ਸ਼ੋਸ਼ਣ ਹੋ ਰਿਹਾ ਉਹਦੇ ਖਿਲਾਫ ਲੜਦੇ ਆ, ਤੇ ਇਹ ਉਹ ਮੂਮੈਂਟ ਬਣਿਆ ਹੋਇਆ। ਇਸ ਮੂਮੈਂਟ 'ਚ ਤੁਸੀਂ ਗੱਲਬਾਤ ਲੋਕਾਂ ਨਾਲ ਤੋਰ ਸਕਦੇ ਹੋ, ਲੋਕ ਸੁਣਨ ਨੂੰ ਤਿਆਰ ਆ। ਇਹ ਮੈਨੂੰ ਜ਼ਰੂਰ ਲੱਗਦਾ ਉੱਥੇ ਕਈ ਲਾਇਬ੍ਰੇਰੀਆਂ ਚੱਲ ਰਹੀਆਂ, ਸਿੰਘੂ ਤੇ ਟੀਕਰੀ ਤੇ, ਦੋਨੋਂ ਥਾਵਾਂ ਤੇ ਲੋਕ ਲਗਾਤਾਰ ਐਂਗੇਜ ਕਰ ਰਹੇ ਆਈਡੀਆਜ਼ ਨਾਲ, ਨਵੇਂ ਵਿਚਾਰਾਂ ਨਾਲ ਲੋਕ ਖਿੱਭੜ ਰਹੇ ਆ, ਸੋਚ ਰਹੇ ਆ, ਲਿਖ ਰਹੇ ਆ। ਤੇ ਇਹਦੇ ਵਿੱਚੋਂ ਹੀ ਮੈਨੂੰ ਲੱਗਦਾ ਕੋਈ ਨਵੀਂ ਦਿਸ਼ਾ ਵੀ ਮਿਲ ਸਕਦੀ ਹੈ ਨਾ ਸਟਰਗਲ ਨੂੰ। ਮਤਲਬ ਸਟਰਗਲ ਅੱਜ ਜਿਸ ਮੂਮੈਂਟ ਤੇ ਖੜੀ ਆ, ਉਹ ਸਿਰਫ ਇਹਦੇ ਤੇ ਖੜੀ ਕਿ ਸਾਡੇ ਤੋਂ ਸਰਕਾਰ ਨੇ 3 ਲਾਅ ਪਾਸ ਕਰਕੇ ਸਾਡੇ ਤੇ ਸ਼ੋਸ਼ਣ ਕੀਤਾ, ਸਾਡੀ ਜ਼ਮੀਨ ਚਲੀ ਜਾਏਗੀ, ਸਾਡੇ ਉੱਤੇ ਬਹੁਤ ਜ਼ਿਆਦਾ ਆਰਥਿਕ ਅਤਿਆਚਾਰ ਹੋਵੇਗਾ, ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਨੈਰੇਟਿਵ ਬਣਿਆ ਹੋਇਆ।
ਪਰ ਜੇ ਅਸੀਂ ਇਸ ਗੱਲ ਤੋਂ ਅੱਗੇ ਵੱਧ ਕੇ ਗੱਲ ਕਰੀਏ ਐਗਰੀਕਲਚਰ ਦੀ, ਜੇ ਅਸੀਂ ਅੱਗੇ ਵੱਧ ਕੇ ਗੱਲ ਕਰੀਏ ਨਵਉਦਾਰਵਾਦ ਦੀ, ਜੇ ਅਸੀਂ ਗੱਲ ਕਰੀਏ ਇਹਦੇ ਵਿੱਚ ਔਰਤਾਂ ਦੀ, ਜੇ ਅਸੀਂ ਗੱਲ ਕਰੀਏ ਦਲਿਤਾਂ ਦੀ, ਤਾਂ ਫਿਰ ਇਸ ਸਟਰਗਲ ਦਾ ਦਾਇਰਾ ਵੀ ਵਧੇਗਾ, ਲੋਕ ਸਿੱਖਣਗੇ ਵੀ, ਚੇਤਨ ਵੀ ਹੋਣਗੇ। ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਮੈਨੂੰ ਇਹ ਲੱਗਦੀ ਹੈ ਕਿ ਅਸੀਂ ਵਰਤਮਾਨ 'ਚ ਜਿਉਂਦੇ, ਵਰਤਮਾਨ 'ਚ ਹੀ ਨਹੀਂ ਰਹਿ ਸਕਦੇ ਹਰ ਵਕਤ, ਤੇ ਵਰਤਮਾਨ 'ਚ ਰਹਿੰਦੇ ਹੋਏ ਜਿਹੜੀਆਂ ਇਸ ਸਮੇਂ ਪੋਲੀਟੀਕਲੀ, ਰਾਜਨੀਤਿਕ ਤੌਰ ਤੇ ਜਿਹੜੀਆਂ ਚਾਰਜਡ ਹਿਸਟੋਰੀਕਲ ਸਾਡੀਆਂ ਜਿਹੜੇ ਮਿੱਥ ਬਣੇ ਹੋਏ ਆ ਕਿ ਪੰਜਾਬ ਨੇ ਤਾਂ ਇਹ ਕਰਤਾ ਸੀ, ਪੰਜਾਬ ਨੇ ਉਹ ਕਰਤਾ ਸੀ, ਸਿਰਫ ਉਹਨਾਂ ਤੋਂ ਸਿਰਫ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ ਸਟਰਗਲ ਨੂੰ ਅੱਗੇ ਨਹੀਂ ਨਾ ਵਧਾ ਸਕਦੇ। ਸਾਨੂੰ ਭਵਿੱਖ ਲਈ ਵੀ ਸੋਚਣਾ ਪਏਗਾ, ਅਸੀਂ ਪੰਜਾਬ ਨੂੰ ਦੇ ਕੀ ਰਹੇ ਹਾਂ ਇਸ ਸਟਰਗਲ 'ਚ, ਪੰਜਾਬ ਲਈ ਕੀ ਮਿਲੇਗਾ? ਕਿ ਸਿਰਫ ਜਿਹੜੀ ਜ਼ਮੀਨ ਪੰਜਾਬ ਕੋਲ 300 ਸਾਲਾਂ 'ਚ ਸੀ, 322 ਸਾਲਾਂ ਤੋਂ, ਉਹ ਫਿਰ ਪੰਜਾਬ ਕੋਲ ਆ ਜਾਏਗੀ, ਦੈਟਸ ਇਟ। ਇਹਦੇ ਇਲਾਵਾ ਪੰਜਾਬ ਨੂੰ ਕੀ ਮਿਲ ਰਿਹਾ ਇਸ ਸਟਰਗਲ 'ਚੋਂ? ਇਹ ਸਵਾਲ ਆ ਮੇਰੇ ਲਈ। ਲੇਕਿਨ ਨਿਕਿਤਾ, ਜਦੋਂ ਯੂਨੀਵਰਸਿਟੀਜ਼ ਦੇ ਕੈਫੇ ਹਾਊਸ ਹੁੰਦੇ ਆ, ਜਾਂ ਅਸੀਂ ਬਹੁਤ ਜਿਹੜੀਆਂ ਲਹਿਰਾਂ ਹੁੰਦੀਆਂ ਨੇ, ਸੱਥਾਂ ਹੁੰਦੀਆਂ ਨੇ ਪਿੰਡਾਂ ਦੀਆਂ, ਜਾਂ ਘਰਾਂ ਦੇ ਲਗਭਗ ਜਿਹੜੇ ਲਿਵਿੰਗ ਏਰੀਆ ਹੁੰਦੇ ਆ, ਇੱਕ ਵਿਚਾਰਧਾਰਕ ਭੇਡ ਚੱਲਦਾ ਰਹਿੰਦਾ ਹੈ। ਲੇਕਿਨ ਜਦੋਂ ਹੁਣ ਮੈਂ ਦੇਖਦਾ ਕਿ ਉੱਥੇ ਬੈਠੇ ਲੋਕ ਵੱਖ-ਵੱਖ ਵਿਚਾਰਧਾਰਾਵਾਂ ਤੋਂ ਆਉਂਦੇ ਨੇ, ਉਹਨਾਂ ਦੇ ਵਿੱਚ ਇੱਕ ਸਾਰਾ ਦਿਨ ਮੰਥਨ ਚੱਲਦਾ ਰਹਿੰਦਾ, ਵੇਲ ਬਹੁਤ ਹੁੰਦੀ ਹੈ, ਔਰ ਉਹਦੇ ਵਿੱਚ ਕਿਤਾਬ ਦਾ, ਜਿਹੜਾ ਤੁਸੀਂ ਕਲਚਰ ਦੀ ਗੱਲ ਕਰਦੇ ਹੋ, ਕਿਤਾਬ ਵੀ ਡਿਸਕਸ ਹੁੰਦੀ ਹੈ, ਸੰਗੀਤ ਵੀ ਡਿਸਕਸ ਹੁੰਦਾ ਹੈ, ਪੜ੍ਹਾਈ ਵੀ ਹੁੰਦੀ ਹੈ, ਸਰਕਾਰਾਂ ਵੀ ਹੁੰਦੀਆਂ। ਤੁਹਾਨੂੰ ਲੱਗਦਾ ਹੈ ਕਿ ਉਹਨੂੰ ਹੋਰ ਸੀਰੀਅਸ ਕਰਨ ਦੀ ਲੋੜ ਆ, ਤਾਂ ਕਿ ਜਦੋਂ ਤੁਸੀਂ ਦੂਰ ਬੈਠੇ ਉਸ ਵੇਲ ਦੇ ਵਿੱਚੋਂ ਸਿਆਸੀ ਚੇਤਨਾ ਵੀ ਪੈਦਾ ਕਰ ਸਕੋ, ਸਿਆਸੀ ਸਮਝ ਪੈਦਾ ਕਰ ਸਕੋ? ਤੁਸੀਂ ਸਿੰਘੂ 'ਚ ਇਹ ਗੱਲ ਦੇਖੀ ਆ ਕਿ ਲੋਕ ਸੋਚਦੇ ਨੇ ਕਿ ਵਿਵਸਥਾ ਦੇ ਜਿਹੜੇ ਭੈੜ ਸੀ, ਕਮੀਆਂ ਸੀ, ਉਹਨਾਂ ਨੂੰ ਵੀ ਐਡਰੈਸ ਕਰਨਾ ਹੈ, ਜਿਹੜੀਆਂ ਚੀਜ਼ਾਂ ਜਾਤੀਗਤ ਤੌਰ ਤੇ ਸਾਨੂੰ ਚਿੰਬੜੀਆਂ ਨੇ ਉਹਨਾਂ ਦਾ ਵੀ ਨਿਪਟਾਰਾ ਕਰਨਾ ਹੈ, ਜਾਂ ਅਮੀਰ ਗਰੀਬ ਦੇ ਪਾੜੇ ਦੇ ਵਿੱਚ ਜਿਹੜੀ ਧਿਰ ਹੁਣ ਸਾਡੇ ਨਾਲ ਖਲੋਤੀ ਆ ਸਿਰਾਂ ਦੇ ਨਾਲ, ਭਾਵੇਂ ਉਹ ਗਰੀਬ ਸੀ, ਇਹਨਾਂ ਦਾ ਵੀ ਸਾਥ ਦੇਣਾ ਹੈ, ਜਾਂ ਫਿਰ ਜਿਹੜੀ ਸਾਡੀ ਮਾਈਗ੍ਰੇਸ਼ਨ ਹੋ ਰਹੀ ਆ, ਪ੍ਰਵਾਸ ਹੋ ਰਿਹਾ, ਉਹਦੇ ਆਧਾਰ ਕੀ ਆ? ਕਦੇ ਇਹਨਾਂ ਚੀਜ਼ਾਂ ਤੇ ਵੀ ਗੱਲ ਹੁੰਦੀ ਹੈ? ਇਹ ਐਡਰੈਸ ਹੋ ਪਾਉਣਗੇ, ਜਾਂ ਫਿਰ ਤੁਹਾਨੂੰ ਲੱਗਦਾ ਕਿ ਇੱਕ ਭੈ, ਇੱਕ ਡਰ, ਇੱਕ ਸੰਸਾ, ਇੱਕ ਛੋਟੀ ਪ੍ਰਾਪਤੀ, ਤੇ ਉਸ ਤੋਂ ਬਾਅਦ ਸਭ ਨਿਸਲ ਹੋ ਜਾਏਗਾ, ਲੋਕ ਮੁੜ ਕੇ ਉਹਨਾਂ ਹੀ ਦਾਇਰਿਆਂ 'ਚ ਪਰਤ ਜਾਣਗੇ, ਉਹਨਾਂ ਹੀ ਸਿਆਸੀ ਘੇਰਿਆਂ 'ਚ ਮੁੜ ਜਾਣਗੇ, ਉਹਨਾਂ ਦੇ ਵਿੱਚ ਹੀ ਜਾ ਕੇ ਪੰਜਾਬ ਖੜੋਤ ਦਾ ਸ਼ਿਕਾਰ ਬਣਿਆ ਰਹੂਗਾ? ਤਾਂ ਹੋਪ ਕਰ ਸਕਦੇ ਆ, ਮੈਨੂੰ ਇਹ ਲੱਗਦਾ ਹੈ। ਇਹਦੇ 'ਚ ਕੋਈ ਇਸ ਤਰ੍ਹਾਂ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ ਕੀ ਹੋਏਗਾ ਜਾਂ ਨਹੀਂ ਹੋਏਗਾ, ਪਰ ਮੇਰਾ ਐਕਸਪੀਰੀਅੰਸ ਇਹ ਆ ਕਿ ਲੋਕ ਸੋਚ ਜ਼ਰੂਰ ਰਹੇ ਆ। ਇਸ ਚੀਜ਼ ਤੋਂ ਨਹੀਂ ਆਪਾਂ ਕਿਨਾਰਾ ਕਰ ਸਕਦੇ ਕਿ ਲੋਕ ਲਗਾਤਾਰ ਐਂਗੇਜ ਕਰ ਰਹੇ। ਕਈ ਵਾਰ ਤੁਹਾਡੀਆਂ ਹਾਲਤਾਂ ਵੀ ਤੁਹਾਨੂੰ ਮਜਬੂਰ ਕਰ ਦਿੰਦੀਆਂ ਸੋਚਣ ਨੂੰ। ਹੁਣ ਉੱਥੇ ਜਿਹੜੀਆਂ ਹਾਲਤਾਂ ਬਣੀਆਂ ਹੋਈਆਂ, ਉਹਨਾਂ ਵਿੱਚ ਵੀ ਮਤਲਬ ਜੇ ਆਪਾਂ ਬਹੁਤ ਸਿੰਪਲ ਉਦਾਹਰਨ ਜਿਹੜੀ ਲੈਣੀ ਹੋਏ, ਜਿਹੜੀ ਵਾਰ-ਵਾਰ ਗੱਲ ਵੀ ਹੋ ਰਹੀ ਹੈ, ਉਹ ਡੋਮੈਸਟਿਕ ਲੇਬਰ ਦੀ ਹੈ ਕਿ ਜਿਹੜਾ ਘਰੇਲੂ ਕੰਮ ਆ, ਉੱਥੇ ਜਾ ਕੇ ਜਦੋਂ ਮਰਦ ਉਹ ਕੰਮ ਕਰ ਰਹੇ ਆ, ਉਹਦੇ 'ਚ ਵੱਡੀ ਉਮਰ ਦੇ ਮਰਦ ਵੀ ਨੇ, ਯੰਗ ਲੜਕੇ ਵੀ ਨੇ, ਉਹ ਜਦੋਂ ਉਹ ਕੰਮ ਕਰ ਰਹੇ ਆ ਤੇ ਔਰਤਾਂ ਸਟੇਜ ਤੋਂ ਬੋਲ ਰਹੀਆਂ, ਔਰਤਾਂ ਗੀਤ ਗਾ ਰਹੀਆਂ, ਉਹਦੇ ਵਿੱਚ ਇੱਕ ਲੈਵਲ ਤੱਕ ਹੋ ਸਕਦਾ ਉਹਨਾਂ ਨੂੰ ਮਹਿਸੂਸ ਹੋਵੇ ਘਰਾਂ ਵਿੱਚ ਪਰਤ ਕੇ ਵੀ ਕਿ ਅਸੀਂ ਕੁਝ ਨਵਾਂ ਐਕਸਪੀਰੀਅੰਸ, ਨਵਾਂ ਤਜਰਬਾ ਆਪਣੇ ਨਾਲ ਲੈ ਕੇ ਆਏ ਹਾਂ। ਉਹ ਨਵਾਂ ਤਜਰਬਾ ਲੈ ਕੇ ਆ ਪਾਣਾ ਹੀ ਮੈਨੂੰ ਆਪਣੇ ਆਪ 'ਚ ਇੱਕ ਪ੍ਰਾਪਤੀ ਲੱਗਦੀ ਆ। ਇਹ ਸੀਏ ਵਾਲੇ ਪ੍ਰੋਟੈਸਟ ਵੀ ਅਸੀਂ ਦੇਖ ਸਕਦੇ ਹਾਂ ਕਿ ਉਹਦੇ ਵਿੱਚ ਵੀ, ਐਂਟੀ ਸੀਏ ਵਾਲੇ ਪ੍ਰੋਟੈਸਟ 'ਚ ਵੀ ਔਰਤਾਂ ਨੇ ਬਹੁਤ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ, ਤੇ ਉਹ ਸੜਕਾਂ ਤੇ ਬਤੌਰ ਸਿਆਸੀ ਨਾਗਰਿਕ ਦੇ ਤੌਰ ਤੇ ਉਹਨਾਂ ਨੇ ਪਾਰਟਿਸਿਪੇਟ ਕੀਤਾ। ਉਹ ਸਿਰਫ ਕਿਸੇ ਦੀ ਭੈਣ ਪਤਨੀ ਬਣ ਕੇ ਨਹੀਂ ਉਹਨਾਂ ਨੇ ਪਾਰਟਿਸਿਪੇਟ ਕੀਤਾ ਨਾ, ਉਹਨਾਂ ਨੇ ਸਿਆਸੀ ਨਾਗਰਿਕ ਦੇ ਤੌਰ ਤੇ ਹਿੱਸੇਦਾਰੀ ਉਹਦੇ 'ਚ ਪਾਈ ਆ। ਤੇ ਇਸ ਸੰਘਰਸ਼ 'ਚ ਵੀ ਮੈਨੂੰ ਲੱਗਦਾ ਕਿ ਇਹ ਹੋ ਸਕਦਾ ਹੈ, ਇਹ ਨਹੀਂ ਕਿ ਇਹ ਹੋ ਨਹੀਂ ਸਕਦਾ, ਪਰ ਇਹ ਤਾਂ ਹੀ ਹੋਏਗਾ, ਤਾਂ ਹੀ ਮਤਲਬ ਤਾਂ ਹੀ ਤਾਂ ਕਿ ਇਨ ਦ ਸੈਂਸ ਕਿ ਇਹਨੂੰ ਇਹਦੀ ਹਿਮਾਇਤ ਕਰਨੀ ਪੈਂਦੀ, ਇਹਨੂੰ ਸੋਲੀਡੈਰਿਟੀ ਦੇਣੀ ਚਾਹੀਦੀ ਹੈ, ਇਹਨੂੰ ਚੁੱਪ ਨਹੀਂ ਕਰਾਉਣਾ ਚਾਹੀਦਾ, ਇਹਨੂੰ ਬੰਦ ਨਹੀਂ ਕਰ ਦੇਣਾ ਚਾਹੀਦਾ, ਮੈਨੂੰ ਇਹ ਲੱਗਦਾ ਹੈ। ਤੇ ਜਦੋਂ ਤੁਹਾਡੇ ਕੋਲ ਮਤਲਬ ਇੱਕ ਹੋਰ ਮੈਂ ਐਗਜ਼ਾਮਪਲ ਦਊਂਗੀ ਕਿ ਜਦੋਂ ਕਿਸੇ ਔਰਤ ਨਾਲ ਉੱਥੇ ਕੋਈ ਔਰਤ ਵਿਰੋਧੀ ਗੱਲ ਹੁੰਦੀ ਹੈ, ਜਦੋਂ ਵੀ ਉੱਥੇ, ਇਹ ਤਾਂ ਹੈ ਨਹੀਂ ਕਿਉਂਕਿ ਲੋਕ ਦੇਖੋ ਪੰਜਾਬ ਤੋਂ ਹੀ ਗਏ ਆ, ਇਹ ਰਸਤੇ 'ਚ ਜਾਂਦੇ ਜਾਂਦੇ ਬਦਲ ਤਾਂ ਨਹੀਂ ਗਏ, ਇਹ 250 ਕਿਲੋਮੀਟਰ ਦਾ ਫਾਸਲਾ ਸਵਿਚ ਔਨ ਆਫ ਵਾਲਾ ਕੰਮ ਨਹੀਂ ਆ ਉੱਥੇ। ਉਹ ਆਪਣੇ ਨਾਲ ਆਪਣੀਆਂ ਸਾਰੀਆਂ ਗੁੰਝਲਾਂ, ਆਪਣੀਆਂ ਸਾਰੇ ਬਾਇਸਿਸ, ਪ੍ਰੈਜੁਡਿਸਿਸ ਲੈ ਕੇ ਗਏ ਆ ਉੱਥੇ, ਤੇ ਉਹਦੇ ਵਿੱਚ ਬਹੁਤ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਆਉਂਦੀਆਂ, ਔਰਤ ਵਿਰੋਧੀ ਗੱਲਾਂ ਵੀ ਬੋਲ ਦਿੰਦੇ ਨੇ ਲੋਕ ਉੱਥੇ, ਤੇ ਉਹਦੇ ਵਿੱਚ ਤੁਹਾਡਾ ਵਿਰੋਧ ਕਰਨ ਦਾ ਤਰੀਕਾ ਕੀ ਹੋਏਗਾ? ਇਹਦੇ ਤੇ ਵੀ ਮੈਨੂੰ ਚਿੰਤਾ ਵੀ ਹੁੰਦੀ ਤੇ ਸਵਾਲ ਵੀ ਹੁੰਦਾ ਕਿ ਜਾਂ ਤਾਂ ਤੁਸੀਂ ਉਹਨਾਂ ਲੋਕਾਂ ਨੂੰ, ਬੀਜੇਪੀ ਵਾਲੇ ਉਹਨਾਂ ਲੋਕਾਂ ਨੂੰ ਆਈਟੀ ਸੈੱਲ ਵਾਲੇ ਕਹਿ ਕੇ ਆਪਣੇ ਆਪ ਨੂੰ ਬਹੁਤ ਪਵਿੱਤਰ ਪੇਸ਼ ਕਰ ਸਕਦੇ ਹੋ, ਜਾਂ ਤੁਸੀਂ ਵਾਕਈ ਸੋਚ ਸਕਦੇ ਹੋ ਕਿ ਸਾਡੇ ਸਮਾਜ ਅੰਦਰ ਕਈ ਭੈੜ ਪਏ ਆ, ਉਹਨਾਂ ਭੈੜਾਂ 'ਚੋਂ ਪਿੱਤਰ ਕੀ ਵੀ ਇੱਕ ਭੈੜ ਹੈ ਜਿਹਨੂੰ ਅਸੀਂ ਉਸ ਸਟੇਜ ਤੇ ਜਾ ਕੇ ਐਡਰੈਸ ਕਰ ਸਕਦੇ ਹਾਂ, ਕਿਉਂਕਿ ਮੌਕਾ ਸਹੀ ਹੈ ਐਡਰੈਸ ਕਰਨ ਦਾ। ਇਸੇ ਮੌਕੇ ਤੁਸੀਂ ਗੱਲ ਕਰ ਸਕਦੇ ਹੋ ਨਾ ਕਿ ਜਦੋਂ ਕੋਈ ਤੁਹਾਡੇ
ਕੋਈ ਮਰਦ ਬੈਠ ਕੇ ਰੋਟੀਆਂ ਪਕਾ ਰਿਹਾ ਹੈ, ਉਸੇ ਟਾਈਮ ਉਹਦੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਕਿ ਇਸ ਲੇਬਰ ਦੀ ਵੀ ਕੋਈ ਵੈਲਿਊ ਆ, ਕੀ ਇਸ ਕਿਰਤ ਦਾ ਜ਼ਮੀਨ ਨਾਲ ਕੋਈ ਰਿਸ਼ਤਾ ਹੈ, ਕੀ ਇਸ ਕਿਰਤ ਦਾ ਘਰੇ ਬਰਤਨ ਸਾਫ਼ ਕਰਨ ਦਾ, ਕੱਪੜੇ ਧੋਣ ਦਾ, ਲਗਾਤਾਰ ਖਾਣਾ ਬਣਾਉਣ ਦਾ ਤੁਹਾਡਾ ਜ਼ਮੀਨ ਤੇ ਕੰਮ ਜਿਹੜਾ ਤੁਸੀਂ ਜਾ ਕੇ ਕਰਦੇ ਹੋ, ਕਿ ਉਹਨੂੰ ਇਨੇਬਲ ਕਰਦਾ, ਕਿ ਉਹਦੇ ਨਾਲ ਕੀ ਸੰਬੰਧ ਹੈ? ਮੇਰਾ ਕੰਮ ਜੋ ਇੱਕ ਔਰਤ ਕੰਮ ਕਰ ਰਹੀ ਹੈ, ਉਹਦਾ ਕੀ ਰਿਸ਼ਤਾ ਬਣਦਾ ਜ਼ਮੀਨ ਨਾਲ? ਇਹ ਸਵਾਲ ਤਾਂ ਕੀਤਾ ਜਾ ਸਕਦਾ ਨਾ। ਬਿਲਕੁਲ। ਇਸ ਤਰ੍ਹਾਂ ਮੈਨੂੰ ਲੱਗਦਾ ਕਿ ਪਰਤਾਂ ਨੇ ਇਹ ਖੋਲੀਆਂ ਜਾ ਸਕਦੀਆਂ, ਲੋਕ ਸੁਣਨ ਨੂੰ ਤਿਆਰ ਆ। ਇਹ ਨਹੀਂ ਮੈਨੂੰ ਲੱਗਦਾ ਕਿ ਇਹ ਇਨਸਿਕਿਉਰ, ਆਪਾਂ ਡਰੇ ਜ਼ਿਆਦਾ ਹੋਏ ਆ। ਇਹ ਪਰਤਾਂ ਜਿਹੜੀਆਂ ਨੇ ਇਹਨਾਂ ਨੂੰ ਕੁਝ ਲੈਵਲ ਤੱਕ ਖੋਲਿਆ ਜਾ ਸਕਦਾ ਹੈ, ਇਹ ਲੱਗਦਾ ਮੈਂ ਨਿਕ ਤਾਂ, ਕਿਉਂਕਿ ਸਵਾਲ ਬੜਾ ਅਹਿਮ ਆ, ਨੌਜਵਾਨੀ ਦਾ ਸਵਾਲ ਹੈ ਕਿ ਜਦੋਂ ਕੋਈ ਮੂਵਮੈਂਟ ਚੱਲਦੀ ਹੈ ਤੇ ਉਹਦੇ ਨਾਲ ਉਹਦਾ ਇੱਕ ਹੁਸਨ ਹੁੰਦਾ ਹੈ, ਉਸ ਵੇਗ ਦੇ ਵਿੱਚ ਅਸੀਂ ਸਾਰੇ ਬਹਿੰਦੇ ਆ, ਉਹਦੇ ਵਿੱਚ ਬਹਿ ਕੇ ਤੇ ਅਸੀਂ ਉਹਦਾ ਹਿੱਸਾ ਹੋ ਜਾਂਦੇ ਆ। ਜਿੰਨਾ ਚਿਰ ਉਹਦਾ ਇੱਕ ਜਲੌ ਬਣਿਆ ਰਹਿੰਦਾ, ਅਸੀਂ ਉਹਨੂੰ ਮਾਣਦੇ ਆ, ਉਹਨੂੰ ਹੰਡਾਉਂਦੇ ਆ, ਤੇ ਜਦੋਂ ਉਹ ਨਿਸਲ ਹੋਣ ਲੱਗਦੀ ਆ ਤੇ ਅਸੀਂ ਪਿਛਾਂ ਪਰਤਾਉਂਦੇ ਆ। ਤੁਹਾਨੂੰ ਲੱਗਦਾ ਕਿ ਘਟਨਾਵਾਂ ਜਿਵੇਂ ਤੇਜ਼ੀ ਨਾਲ ਵਾਪਰੀਆਂ, ਸਟੇਟ ਥੋੜੀ ਭਾਰੀ ਪੈਂਦੀ ਨਜ਼ਰ ਆਈ ਹੈ, ਔਰ ਕੁਝ ਘਟਨਾਵਾਂ ਸਾਡੇ ਆਪਣਿਆਂ ਨੇ ਗਲਤ ਕਰ ਲਈਆਂ, ਉਸ ਤੋਂ ਬਾਅਦ ਜਿਹੜਾ ਉੱਥੇ ਅਖਬਾਰ ਨਿਕਲਦਾ ਸੀ, ਉੱਥੇ ਸਕੂਲ ਚੱਲਦਾ ਸੀ, ਉੱਥੇ ਨਾਟਕ ਹੋ ਰਹੇ ਸੀ, ਉੱਥੇ ਰਾਦਰ ਮੈਂ ਤਾਂ ਕਹੂੰਗਾ ਕਿ ਕਈ ਨਵੇਂ ਚੈਨਲ ਹੋਣ ਚ ਆ ਗਏ, ਆਪਣੇ ਆਪਣੇ ਸਭ ਨੇ, ਉਹ ਹੌਲੀ ਹੌਲੀ ਆਭਾ ਘਟ ਗਈ। ਉਹ ਹੁਣ ਗਿਣਤੀ ਪੱਖੋਂ ਉਹ ਚੀਜ਼ਾਂ ਘੱਟ ਨਜ਼ਰ ਆ ਰਹੀਆਂ। ਨੌਜਵਾਨੀ ਦਾ ਇੱਕਦਮ ਉਭਾਰ ਵੱਲ ਵਧਣਾ, ਫਿਰ ਇੱਕਦਮ ਨਿਰਾਸ਼ ਹੋ ਜਾਣਾ, ਇਹਨੂੰ ਤੁਸੀਂ ਇੱਕ ਨੌਜਵਾਨ ਹੁੰਦਿਆਂ ਕਿਸ ਤਰ੍ਹਾਂ ਪ੍ਰਭਾਸ਼ਿਤ ਕਰੋਗੇ? ਨੌਜਵਾਨੀ ਦੇ ਰਿਸਪੈਕਟ ਚ ਮੈਨੂੰ ਇਹ ਲੱਗਦਾ ਕਿ ਉਹ ਇੱਕ ਲੈਵਲ ਤੱਕ ਨਿਰਾਸ਼ ਹੋਇਆ, ਇਹਦੇ ਚ ਕੋਈ ਦੋ ਰਾਏ ਨਹੀਂ। ਉਹ ਨਿਰਾਸ਼ਾ ਇਸ ਸਮੇਂ ਦੀਆਂ ਜਿਹੜੀਆਂ ਹਾਲਤਾਂ ਨੇ ਉਹਦੇ ਵਿੱਚੋਂ ਹੀ ਆਈ ਆ, ਪਰ ਉਸ ਨਿਰਾਸ਼ਾ ਦੇ ਬਾਵਜੂਦ ਵੀ ਮੈਨੂੰ ਲੱਗਦਾ ਹੈ ਕਿ ਇਹ ਪੋਸੀਬਲ ਹੈ ਕਿ ਹੋਏਗਾ ਹੀ, ਕਿ ਦੁਬਾਰਾ ਇਹੋ ਜਿਹਾ ਕੋਈ ਮੂਵਮੈਂਟ ਆਏਗਾ ਜਦੋਂ ਲੋਕਾਂ ਨੂੰ ਲੱਗੇਗਾ, ਨੌਜਵਾਨਾਂ ਨੂੰ ਲੱਗੇਗਾ ਕਿ ਸਾਨੂੰ ਸਟੇਟ ਨੂੰ ਕਿਸੇ ਤਰ੍ਹਾਂ ਪ੍ਰੂਵ ਕਰਨ ਦੀ ਲੋੜ ਹੈ। ਉਹ ਦੁਬਾਰਾ ਹੋ ਸਕਦਾ ਕੋਈ ਮਾਰਚ ਹੋਵੇ, ਕੋਈ ਧਰਨਾ ਹੋਵੇ, ਕੋਈ ਵੱਡੀ ਡੈਮੋਨਸਟ੍ਰੇਸ਼ਨ ਹੋਵੇ ਨਾ, ਉਸ ਵੇਲੇ ਸਾਡੇ ਲਈ ਇਹ ਦੁਬਾਰਾ ਕੁਐਸਚਨ ਹੋਏਗਾ ਕਿ ਅਸੀਂ ਆਪਣੀ ਗਲਤੀਆਂ ਤੋਂ ਸਿੱਖਾਂਗੇ ਜਾਂ ਉਹਨਾਂ ਨੂੰ ਹੀ ਦੁਹਰਾਵਾਂਗੇ। ਹਾਲੇ ਤੱਕ ਹੋ ਇਹ ਰਿਹਾ ਕਿ ਅਸੀਂ ਆਪਣੀ ਉਹਨਾਂ ਗਲਤੀਆਂ ਨੂੰ ਦੁਹਰਾਈ ਜਾ ਰਹੇ ਹਾਂ, ਉਹਨਾਂ ਤੋਂ ਸਿੱਖਣ ਦੀ ਜਗ੍ਹਾ ਅਸੀਂ ਹਲੇ ਵੀ ਲੋਕਾਂ ਨੂੰ ਕੈਂਸਲ ਕਰਨ ਤੇ ਲੱਗੇ ਹੋਏ ਹਾਂ। ਹਲੇ ਵੀ ਅਸੀਂ ਇਹ ਨਹੀਂ ਸੋਚ ਰਹੇ ਕਿ ਲੋਕਾਂ ਤੋਂ ਵੀ ਸਿੱਖਿਆ ਜਾ ਸਕਦਾ ਹੈ। ਲੋਕਾਂ ਦੀਆਂ ਪੋਲੀਟੀਕਲ ਐਸਪੀਰੇਸ਼ਨਸ ਨੇ, ਉਹਨਾਂ ਦੀਆਂ ਇੱਛਾਵਾਂ ਨੇ, ਉਹ ਜਿਹੜੀ ਗੱਲ ਕਹਿ ਰਹੇ ਆ ਉਹਨਾਂ ਉਸ ਗੱਲ ਨੂੰ ਸੁਣਿਆ ਜਾ ਸਕਦਾ ਹੈ। ਇਹ ਮੈਨੂੰ ਦਿੱਕਤ ਲੱਗਦੀ ਹੈ। ਉਹ ਨੌਜਵਾਨੀ ਦੀ ਵੀ ਆ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਰੱਦ ਕਰ ਦੇਣ ਦੀ, ਰਿਜੈਕਟ ਕਰਨ ਦੀ ਪ੍ਰਵਿਰਤੀ, ਇਹਨੂੰ ਛੱਡ ਕੇ ਅਡਾਪਟ ਕਰਨ ਦੀ ਪ੍ਰਵਿਰਤੀ ਜਿਹੜੀ ਉਹ ਜ਼ਿਆਦਾ ਭਾਰੂ ਹੋਣੀ ਚਾਹੀਦੀ ਹੈ? ਕੋਈ ਵੱਖਰਾ ਵਿਚਾਰ ਆ ਰਿਹਾ, ਕੋਈ ਵੱਖਰਾ ਵਰਗ ਆ ਰਿਹਾ, ਤੇ ਜਾਂ ਕੋਈ ਵੱਖਰੀ ਧਿਰ ਆ ਰਹੀ ਆ, ਉਹਨੂੰ ਵੀ ਉਹਨਾਂ ਮੰਚਾਂ ਦੇ ਉੱਤੇ ਸਥਾਨ ਮਿਲਣਾ ਚਾਹੀਦਾ। ਤੁਸੀਂ ਮਕਸਦ ਇੱਕ ਰੱਖ ਕੇ ਚੱਲ ਸਕਦੇ ਹੋ, ਲੇਕਿਨ ਮੰਚ ਦੇ ਉੱਤੋਂ ਜਿਹੜੀ ਵਿਭਿੰਨਤਾ ਹੈ ਉਹ ਨਜ਼ਰ ਆਉਣੀ ਚਾਹੀਦੀ ਆ। ਇਹ ਤੁਹਾਡੀ ਸਟਰੈਂਥ ਬਣੂਗੀ, ਇਹ ਤੁਹਾਨੂੰ ਅੱਗੇ ਵਧਾਊਗੀ। ਮੈਂ ਇਹ ਸਮਝਾਂ ਤੁਹਾਡੇ ਤੋਂ। ਮੈਨੂੰ ਲੱਗਦਾ ਵਿਭਿੰਨਤਾ ਤੁਹਾਡੀ ਸਟਰੈਂਥ ਬਣ ਸਕਦੀ ਹੈ। ਉਹਦੇ ਵਿੱਚ ਉਹ ਕਿਸ ਤਰ੍ਹਾਂ ਦੀ ਹੋਏਗੀ, ਇਹ ਬਹੁਤ ਪੇਚੀਦਾ ਸਵਾਲ ਹੈ। ਇਹ ਇਸ ਕਨਵਰਸੇਸ਼ਨ ਦਾ ਵੀ ਸਵਾਲ ਨਹੀਂ, ਤੇ ਇਹ ਬਹੁਤ ਗੁੰਝਲਦਾਰ ਸਵਾਲ ਆ, ਕਿਉਂਕਿ ਉਹ ਡਿਪੈਂਡ ਕਰਦਾ ਹੈ ਕਿ ਉਹ ਕਿਹੜਾ ਵਰਗ ਆ, ਉਹ ਕਿਸ ਤਰ੍ਹਾਂ ਗੱਲ ਕਰ ਰਿਹਾ, ਉਹਨਾਂ ਦੀ ਸਹਿਮਤੀ ਕਿਸ ਲੈਵਲ ਤੇ, ਕਿਸ ਲੈਵਲ ਤੇ ਨਹੀਂ ਹੈ। ਤੇ ਮੈਂ ਉਸ 'ਚ ਆਪਣੇ ਆਪ ਨੂੰ ਐਕਸਪਰਟ ਨਹੀਂ ਮੰਨਦੀ ਕਿ ਮੈਂ ਉਹਦਾ ਇਸ ਤਰ੍ਹਾਂ ਜਵਾਬ ਦੇ ਸਕਾਂ। ਪਰ ਮੈਨੂੰ ਇਹ ਜ਼ਰੂਰ ਲੱਗਦਾ ਹੈ ਕਿ ਸਾਨੂੰ ਬੈਠ ਕੇ ਸੋਚ ਲੈਣਾ ਚਾਹੀਦਾ ਇਸ ਚੀਜ਼ ਨੂੰ, ਕਿ ਅਸੀਂ ਪੰਜਾਬ ਦੀ ਜ਼ਮੀਨ ਦੀ, ਕੋਟ ਅਨਕੋਟ ਪੰਜਾਬ ਦੀ ਜ਼ਮੀਨ ਦੀ ਲੜਾਈ ਲੜਨ ਚੱਲੇ ਹਾਂ, ਤੇ ਪੰਜਾਬ ਦੇ ਅੰਦਰ ਜ਼ਮੀਨ ਨਾਲ ਸਾਡਾ ਕੀ ਰਿਸ਼ਤਾ ਹੈ, ਪੰਜਾਬ ਦੇ ਅੰਦਰ ਦੇ ਹਾਲਤਾਂ ਦੀ ਸਥਿਤੀ ਤੇ ਪੰਜਾਬ ਦੇ ਪੱਧਰ ਤੇ ਜ਼ਮੀਨ ਨਾਲ ਸਾਰੇ ਵਰਗਾਂ ਦਾ ਕੀ ਰਿਸ਼ਤਾ ਬਣਦਾ ਹੈ, ਉਹਨੂੰ ਦੁਬਾਰਾ ਐਨਾਲਾਈਜ਼ ਕਰਨ ਦੀ ਲੋੜ ਆ। ਜੇ ਨਿਕਤਾ ਇਸ ਮੂਵਮੈਂਟ ਦੇ ਉੱਤੇ ਫੈਸਲੇ ਲੈਣ ਦੀ ਸਥਿਤੀ 'ਚ ਹੋਣ ਤੇ ਪੰਜਾਬ ਦੇ ਵਿੱਚ ਕੀ ਬਦਲਣਾ ਚਾਹਣਗੇ? ਇਸ ਵਕਤ ਮੈਨੂੰ ਓਨੈਸਟਲੀ ਇਹੀ ਲੱਗਦਾ ਹੈ, ਜੋ ਪ੍ਰੈਕਟੀਕਲੀ ਹੋ ਵੀ ਸਕਦਾ ਉਹ ਇਹੀ ਹੈ ਕਿ ਅਸੀਂ ਸਿੰਘੂ, ਟਿਕਰੀ, ਗਾਜ਼ੀਪੁਰ, ਜਿਹੜੇ ਵੀ ਬਾਰਡਰਸ ਤੇ ਲੋਕ ਬੈਠੇ ਆ, ਅਸੀਂ ਲੋਕਾਂ ਨਾਲ ਇਮਾਨਦਾਰੀ ਨਾਲ ਚਰਚਾ ਚਲਾ ਸਕਦੇ ਹਾਂ ਕਿ ਪੰਜਾਬ ਇੰਨਾ ਮਹਾਨ ਦੇਸ਼ ਵੀ ਨਹੀਂ ਹੈ। ਪੰਜਾਬ ਦੀਆਂ ਬਹੁਤ ਹਕੀਕਤਾਂ ਨੇ ਜਿਹੜੀਆਂ ਸਾਡੇ ਸਾਹਮਣੇ ਨਹੀਂ ਆਈਆਂ। ਅਸੀਂ ਜੇ ਪੰਜਾਬ ਨੂੰ ਹਮੇਸ਼ਾ ਪ੍ਰੇਜ਼ ਹੀ ਕਰਦੇ ਰਹਿਣਾ, ਉਚਿਆਉਂਦੇ ਰਹਿਣਾ, ਤਾਂ ਅਸੀਂ ਕੁਝ ਗਵਾ ਰਹੇ ਹਾਂ, ਕੁਝ ਪਾ ਨਹੀਂ ਰਹੇ ਉਹਦੇ ਚੋਂ। ਪੰਜਾਬ ਵਿੱਚ ਮਰਦਾਵੀ ਹਉਮੈ ਦਾ ਕਿੰਨਾ ਦਬਦਬਾ ਹੈ ਤੇ ਉਹ ਕਿਸ ਤਰ੍ਹਾਂ ਔਰਤਾਂ ਨੂੰ ਦਬਾ ਰਿਹਾ ਹੈ। ਪੰਜਾਬ ਵਿੱਚ ਜਾਤੀਵਾਦੀ ਹਉਮੈ ਕਿਸ ਤਰ੍ਹਾਂ ਉਹਦਾ ਪ੍ਰਚਾਰ ਹੋ ਰਿਹਾ, ਤੇ ਹੋ ਸਕਦਾ ਹੋਰ ਵੱਧ ਜਾਵੇ ਇਸ ਸਟਰਗਲ ਦੇ ਬਾਅਦ। ਬਹੁਤ ਰੀਅਲ ਰਿਸਕ ਹੈ ਇਹ ਉਹਨਾਂ ਤਬਕਿਆਂ ਲਈ ਜਿਨ੍ਹਾਂ ਦੀ ਗੱਲ ਇਸ ਸਟਰਗਲ 'ਚ ਨਹੀਂ ਹੋ ਪਾ ਰਹੀ, ਕਿ ਚਾਹੇ ਇਹ ਸਟਰਗਲ ਜਿੱਤ ਜਾਈਏ ਜਾਂ ਹਾਰ ਜਾਈਏ, ਇਹਦਾ ਜਿਹੜਾ ਖਾਮਿਆਜ਼ਾ ਭੁਗਤਣਾ ਪੈਣਾ ਹੈ ਉਹ
ਕਿੰਨਾ ਦੇਰਾਂ ਦੇ ਉੱਤੇ ਹੋਵੇਗਾ। ਇਸ ਲਈ ਇਹਨਾਂ ਸਵਾਲਾਂ ਤੇ ਚਰਚਾ ਕਰਨੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ। ਇਸ ਸਮੇਂ ਹੋ ਹੀ ਇਹ ਸਕਦਾ, ਇਸ ਸਮੇਂ ਕੋਈ ਰੈਵੋਲੂਸ਼ਨਰੀ ਬਦਲ ਤੁਸੀਂ ਦੇ ਦੋਗੇ ਜਾਂ ਬਹੁਤ ਮਿਲੀਟੈਂਟ ਹੋ ਕੇ ਕੁਝ ਪਾਲੋਗੇ, ਇਹ ਨਹੀਂ ਮੈਨੂੰ ਲੱਗਦਾ। ਇਸ ਸਮੇਂ ਵਾਕਈ ਥੋੜੇ ਠਰਮੇ ਨਾਲ ਬੈਠ ਕੇ ਸੋਚਣ ਦੀ ਲੋੜ ਆ, ਇਤਿਹਾਸ, ਵਰਤਮਾਨ ਤੇ ਭਵਿੱਖ ਨੂੰ ਦਿਮਾਗ 'ਚ ਰੱਖਦੇ ਹੋਏ ਕਿ ਅਸੀਂ ਪੰਜਾਬ ਨੂੰ ਕੀ ਦੇ ਰਹੇ ਹਾਂ ਇਸ ਸੰਘਰਸ਼ ਵਿੱਚੋਂ। ਨਿਕਿਤਾ, ਇਹ ਇੱਕ ਹੋਰ ਬਹਿਸ ਇਸ ਤੋਂ ਅੱਗੇ ਛੇੜਾਂਗੇ। ਮੈਨੂੰ ਨਿਕਿਤਾ ਤੋਂ ਜਾਣਨਾ, ਪੂਰੀ ਨੌਜਵਾਨੀ ਵਰਗ ਦੀ ਪ੍ਰਤੀਨਿਧਤਾ ਕਰਦੇ ਹੋ ਤੁਸੀਂ, ਮੈਨੂੰ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਮੈਂ ਨੌਜਵਾਨਾਂ ਦਾ ਪੰਜਾਬ ਕਿਵੇਂ ਦਾ ਹੋਵੇ ਉਹ ਦੇਖਣਾ ਚਾਹੁੰਦਾ। ਉਹ ਸਮਾਜਿਕ ਆਰਥਿਕ ਵਿਵਸਥਾ ਜਿਹੜੀ ਹੈਗੀ ਸਾਡੀ, ਜਾਂ ਸਾਡੀ ਪ੍ਰਸ਼ਾਸਨਿਕ ਹੈਗੀ, ਅਸੀਂ ਸਮੁੱਚ ਦੇ ਵਿੱਚ ਪੰਜਾਬ ਨੂੰ ਕਿਵੇਂ ਵੇਖਦੇ ਹਾਂ ਔਰ ਇਹਨੂੰ ਕਿਵੇਂ ਬਣਾ ਸਕਦੇ ਹਾਂ, ਜਾਂ ਕਿਵੇਂ ਦਾ ਹੋ ਸਕਦਾ ਹੈ ਇਹਦੇ ਮੌਜੂਦਾ ਹਾਲਾਤਾਂ 'ਚ, ਇਹਦੀਆਂ ਜਿੰਨੀਆਂ ਭੂਗੋਲਿਕ ਪਰਿਸਥਿਤੀਆਂ ਔਰ ਆਰਥਿਕ ਸਾਧਨ ਨੇ, ਇਹਦੇ ਨਜ਼ਰੀਓਂ। ਇੱਕ ਅਗਲੀ ਬਹਿਸ ਵਿੱਚ ਮੈਂ ਇਸ ਨਿਕਿਤਾ ਆਜ਼ਾਦ ਨਾਂ ਦੀ ਇੱਕ ਆਜ਼ਾਦ ਖਿਆਲਾਂ ਵਾਲੀ ਲੜਕੀ ਨੂੰ ਨਾਲ ਲੈ ਕੇ ਖੁਸ਼ ਹੋਊਂਗਾ। ਅੱਜ ਮੈਨੂੰ ਲੱਗਦਾ ਕਿ ਤੁਸੀਂ ਮੈਨੂੰ ਟਾਈਟਲ ਬੜਾ ਜ਼ਬਰਦਸਤ ਦਿੱਤਾ ਹੈ ਕਿ ਅਸੀਂ ਮਰਦਾਵੀ ਹਉਮੈ 'ਚ ਗਰਸੇ ਹਾਂ ਤੇ ਐਡੇ ਵੀ ਮਹਾਨ ਨਹੀਂ ਆ ਅਸੀਂ। ਇਹ ਬਿਲਕੁਲ ਮੈਂ ਇਹਨੂੰ ਹੀ ਲੈ ਕੇ ਅੱਗੇ ਚੱਲੂੰਗਾ। ਪਰ ਮੈਂ ਨਿਕਿਤਾ ਨੂੰ ਜਾਂਦੇ ਜਾਂਦੇ ਇਹ ਕਹਿਣਾ ਹੈ ਕਿ ਮੈਨੂੰ ਆਪਣੇ ਬਾਰੇ, ਇਸ ਮੰਚ ਤੋਂ ਆਪਣੇ ਬਾਰੇ ਦੱਸੋ, ਤਾਂ ਕਿ ਸਾਡੇ ਜਿੰਨੇ ਵੀ ਸੁਣਨ ਵਾਲੇ ਹੋਣ ਉਹਨਾਂ ਨੂੰ ਪਤਾ ਲੱਗ ਜੇ ਕਿ ਇਹ ਲੜਕੀ ਕੀ ਕੀ ਕੰਮ ਕਰ ਰਹੀ ਹੈ। ਤੁਸੀਂ ਜਿਹੜੀ ਰਿਸਰਚ ਕਰ ਰਹੇ ਹੋ ਔਰ ਜਿਸ ਤਰੀਕੇ ਨਾਲ ਕਰ ਰਹੇ ਹੋ, ਉਹ ਥੋੜਾ ਜਿਹਾ ਇੱਕ ਅੱਧ ਮਿੰਟ 'ਚ ਦੱਸ ਦਿਓ। ਮੇਰੀ PhD ਚੱਲ ਰਹੀ ਹੈ ਹਿਸਟਰੀ ਦੀ ਆਕਸਫੋਰਡ ਤੋਂ, ਤੇ ਮੇਰਾ ਰਿਸਰਚ ਟੌਪਿਕ ਹੈ, ਮੈਂ 1890 ਤੋਂ 1947 ਦੇ ਪੀਰੀਅਡ ਵਿੱਚ ਪੰਜਾਬੀ ਵਿੱਚ ਜਿਹੜੀਆਂ ਮੈਗਜ਼ੀਨਸ ਤੇ ਕਿਤਾਬਾਂ ਹੈਲਥ ਤੇ ਲਿਖੀਆਂ ਗਈਆਂ, ਉਹ ਅਲੱਗ-ਅਲੱਗ ਤਰ੍ਹਾਂ ਦੀ ਮੈਡੀਸਿਨਸ ਤੇ ਆਯੁਰਵੈਦਿਕ, ਉਨਾਨੀ ਤੇ ਵੈਸਟਰਨ, ਉਹਨਾਂ ਦਾ ਰਿਲੇਸ਼ਨਸ਼ਿਪ, ਰਿਸ਼ਤਾ ਆਪਸੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਉਹਦਾ ਪ੍ਰਭਾਵ ਅਸੀਂ ਅੱਜ ਦੇ ਸਮੇਂ 'ਚ ਤੇ ਉਸ ਸਮੇਂ 'ਚ ਲੋਕ ਕਿਵੇਂ ਆਪਣੇ ਸਰੀਰ ਨੂੰ ਸਮਝਦੇ ਸੀ ਤੇ ਕਿਵੇਂ ਆਪਣੇ ਲਿੰਗਿਕ ਰੋਲਸ ਨੂੰ ਸਮਝਦੇ ਸੀ, ਉਹਦਾ ਐਨਾਲਿਸਿਸ ਕਰ ਰਹੀ ਹਾਂ। ਨਿਕਿਤਾ, ਇੱਕ ਅਗਲੇ ਸੈਸ਼ਨ ਲਈ ਜੁੜਨ ਵਾਸਤੇ ਤੁਹਾਡੇ ਤੋਂ ਹੁਣ ਵਿਦਾ ਲੈਣੀ ਹੈ। ਬਹੁਤ ਮਿਹਰਬਾਨੀ। ਬਿਲਕੁਲ, ਥੈਂਕ ਯੂ ਸੋ ਮਚ।